ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰ ਸੋਮਵਾਰ ਦੀ ਤਰ੍ਹਾਂ ਸਰ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਮਤਿ ਫਿਲਾਸਫੀ ਦੇ ਵਿਸ਼ੇ ਦੀ ਵਿਚਾਰ ਸਾਂਝੀ ਕਰਦੇ ਹਨ। ਪਿਛਲੇ ਕੁਝ ਹਫ਼ਤਿਆਂ ਤੋਂ ਉਹ ਅਰਦਾਸ ਦੀ ਜਿਹੜੀ ਬੋਲੀ ਜਾਂ ਸ਼ਬਦਾਵਲੀ ਜੋ ਕਿ ਰਹਿਤ ਮਰਿਆਦਾ ਦੇ ਅੰਦਰ ਸੰਗਤੀ ਅਰਦਾਸ ਵਾਸਤੇ ਨਿਯਤ ਕੀਤੀ ਗਈ ਹੈ, ਉਹਦੀ ਸ਼ਬਦਾਵਲੀ ਦੀ ਵਿਆਖਿਆ ਆਪ ਜੀ ਕਰਦੇ ਆ ਰਹੇ ਹਨ। ਉਸੇ ਦੀ ਲੜੀ ਵਿੱਚ ਅੱਗੇ ਅੱਜ ਦੇ ਵਿਚਾਰ ਆਪ ਜੀ ਸਾਂਝੇ ਕਰਨਗੇ। ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਕਰਨ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅਰਦਾਸ ਜੋ ਪਹਿਲਾਂ ਅਸੀਂ ਵਿਚਾਰ ਕਰ ਚੁੱਕੇ ਹਾਂ, ਅਰਦਾਸ ਕੀ ਹੈ, ਅਰਦਾਸ ਕਿਸ ਅੱਗੇ ਕਰਨੀ ਹੈ, ਅਰਦਾਸ ਸਾਡੇ ਭਾਵਨਾ ਕੀ ਹੈ, ਇਹ ਸਾਰੀਆਂ ਵਿਚਾਰਾਂ ਅਸੀਂ ਪਹਿਲਾਂ ਕਰ ਚੁੱਕੇ ਹਾਂ। ਇਸ ਤੋਂ ਪਹਿਲਾਂ ਅਸੀਂ ਪੰਜਾਂ ਪਿਆਰਿਆਂ ਦੀ, 4 ਸਾਹਿਬਜ਼ਾਦਿਆਂ ਦੀ, 40 ਮੁਕਤਿਆਂ ਦੀ ਸਾਰੀ ਦਾਸਤਾਨ ਵਿਚਾਰੀ ਹੈ। ਪਿਛਲੇ ਹਫ਼ਤੇ ਅਸੀਂ 5 ਤਖਤਾਂ ਦਾ ਜੋ ਇਤਿਹਾਸ ਹੈ ਉਹਦਾ ਜ਼ਿਕਰ ਕੀਤਾ ਸੀ, ਉਹਦੀ ਕੀ ਇੰਪੋਰਟੈਂਸ ਹੈ, ਕਿਉਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਅਰਦਾਸ ਦੇ ਵਿੱਚ, ਉਹਦੇ ਬਾਰੇ ਵਿਚਾਰ ਅਸੀਂ ਕੀਤੀ ਸੀ। ਪਰ ਉਸ ਦਾ ਅਗਲਾ ਹਿੱਸਾ 5 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। तो ਸਰਬੱਤ ਖਾਲਸਿਆਂ ਦੀ ਜਾਂ ਸਰਬੱਤ ਗੁਰਦੁਆਰੇ ਦੀ ਜਿਹੜੀ ਗੱਲ ਹੈ ਉਹ ਉਸ ਦਿਨ ਬਾਕੀ ਰਹਿ ਗਈ ਸੀ, ਉਹਨੂੰ ਕਰਕੇ ਅਰਦਾਸ ਦੇ ਫਿਰ ਅਗਲੀ ਸ਼ਬਦਾਵਲੀ ਨੂੰ ਅਸੀਂ ਵਿਚਾਰ ਕਰਦੇ ਹਾਂ। ਸਰਬੱਤ ਗੁਰਦੁਆਰੇ ਸਿੱਖਾਂ ਦੇ ਧਾਰਮਿਕ ਸਥਾਨ ਨੂੰ ਗੁਰਦੁਆਰਾ ਕਿਹਾ ਜਾਂਦਾ ਹੈ। ਸਿੱਖ ਧਰਮ ਵਿੱਚ ਉਹਨੂੰ ਗੁਰਦੁਆਰਾ ਕਿਹਾ ਜਾਂਦਾ ਹੈ। ਵੱਖ ਆਪਣੇ ਮਜ਼ਹਬ ਵਿੱਚ, ਆਪੋ ਆਪਣੇ ਧਰਮ ਵਿੱਚ ਉਹ ਸਥਾਨ ਜਿੱਥੇ ਲੋਕ ਇਕੱਠੇ ਹੁੰਦੇ ਹਨ ਉਹਨਾਂ ਦੇ ਨਾਮ ਵੱਖਰੇ ਵੱਖਰੇ ਦਿੱਤੇ ਗਏ ਹਨ। ਸਨਾਤਨ ਧਰਮ ਵਿੱਚ, ਹਿੰਦੂਇਜ਼ਮ ਵਿੱਚ ਮੰਦਿਰ ਕਿਹਾ ਜਾਂਦਾ ਹੈ, ਇਸਲਾਮ ਵਿੱਚ ਉਸ ਨੂੰ ਮਸਜਿਦ ਕਿਹਾ ਜਾਂਦਾ ਹੈ, ਤੇ ਕ੍ਰਿਸਚੈਨਿਟੀ ਦੀ ਗੱਲ ਕਰਦੇ ਹਾਂ ਤੇ ਅਸੀਂ ਚਰਚ ਕਹਿ ਦਿੰਦੇ ਹਾਂ। ਤੇ ਸਿੱਖਇਜ਼ਮ ਦੀ ਜਦੋਂ ਗੱਲ ਆਉਂਦੀ ਹੈ ਜੀ ਉਦੋਂ ਅਸੀਂ ਗੁਰਦੁਆਰਾ ਆਖਦੇ ਹਾਂ। ਜੋਗੀਆਂ ਦੀ ਗੱਲ ਕਹਿੰਦੇ ਹਾਂ ਤਾਂ ਮੱਠ ਕਹਿੰਦੇ ਨੇ, ਜੋਗ ਦੇ ਮੱਠ ਬਣਾਏ ਹੋਏ ਨੇ, ਉਹਨਾਂ ਦਾ ਆਪਣਾ ਸਿਸਟਮ ਹੈ। तो गुरुद्वारा पहले 5 गुरु ਸਾਹਿਬਾਨ ਦੇ ਤੱਕ ਇਹ ਨਾਮ ਧਰਮਸ਼ਾਲਾ ਹੀ ਪ੍ਰਚਲਿਤ ਸੀ। ਜੇ ਅਸੀਂ ਇਤਿਹਾਸ ਨੂੰ ਦੇਖਦੇ ਹਾਂ ਤਾਂ ਪਹਿਲੇ 5 ਗੁਰੂ ਸਾਹਿਬਾਨਾਂ ਦੇ ਨਾਲ ਦੇ ਸਮੇਂ 'ਚ ਇਹਦਾ ਨਾਮ ਧਰਮਸ਼ਾਲਾ ਸੀ। ਜਿੱਥੇ ਗੁਰੂ ਨਾਨਕ ਪਾਤਸ਼ਾਹ ਜਾਂਦੇ ਉਹਦੀ ਧਰਮਸ਼ਾਲਾ ਬਣਦੀ, ਇਤਿਹਾਸ ਇਹ ਗੱਲ ਲਿਖਦਾ ਹੈ। ਪਰ ਭਾਈ ਕਾਹਨ ਸਿੰਘ ਜੀ ਨਾਭਾ ਜੀ ਮਹਾਨ ਕੋਸ਼ ਦੇ ਪੰਨਾ ਨੰਬਰ 312 ਤੇ ਲਿਖਦੇ ਨੇ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਦੇ ਸਮੇਂ ਤੋਂ ਧਰਮਸ਼ਾਲ ਦੀ ਸੰਗਿਆ ਗੁਰਦੁਆਰਾ ਹੋ ਗਈ। ਉਹਨਾਂ ਨੇ ਜੋ ਲਫ਼ਜ਼ ਲਿਖਿਆ ਹੈ ਧਰਮਸ਼ਾਲ ਦੀ ਸੰਗਿਆ ਗੁਰਦੁਆਰਾ ਹੋ ਗਈ। तो गुरु हरगोबिंद महाराज सच्चे पातशाह जी ਦੇ ਸਮੇਂ ਤੋਂ ਇਹਦਾ ਨਾਮ ਗੁਰਦੁਆਰਾ ਪੈ ਗਿਆ। ਹਰ ਉਹ ਸਥਾਨ ਜਿਸ ਨੂੰ ਸਤਿਗੁਰਾਂ ਜਾਂ ਸਿੱਖ ਧਰਮ ਵਿਹਾਰ ਦੇ ਧਰਮ ਪ੍ਰਚਾਰ ਦਾ ਕੇਂਦਰ ਥਾਪ ਲਿਆ ਹੈ ਔਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਗੁਰਦੁਆਰਾ ਕਹਿਲਾਉਂਦਾ ਹੈ। ਤਾਂ ਗੁਰਦੁਆਰੇ ਲਈ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਇਹ ਅਸੀਂ ਪਹਿਲਾਂ ਵਿਚਾਰ ਅੱਗੇ ਕਰ ਚੁੱਕੇ ਹਾਂ ਵੀ ਉੱਥੇ ਸੰਗਤ ਹੋਣੀ ਚਾਹੀਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਜ਼ਰੂਰੀ ਹੈ, ਫਿਰ ਨਗਾਰਾ ਹੋਣਾ ਚਾਹੀਦਾ ਹੈ। ਇਹ ਚੀਜ਼ਾਂ ਅਸੀਂ ਅੱਗੇ ਆਲਰੇਡੀ ਵਿਚਾਰ ਕਰ ਚੁੱਕੇ ਹਾਂ ਜਦੋਂ ਅਸੀਂ ਗੁਰਦੁਆਰਾ ਸਿਰਲੇਖ ਦੀ ਵਿਚਾਰ ਕੀਤੀ ਸੀ। ਤਾਂ ਗੁਰਦੁਆਰਾ ਲਈ ਇਹ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜ਼ਰੂਰ ਹੋਵੇ। ਇਮਾਰਤ ਕੋਈ ਹੋਵੇ ਉਹ ਗੁਰਦੁਆਰਾ ਕਹਾਉਣ ਦੀ ਹੱਕਦਾਰ ਨਹੀਂ ਜਦ ਤੱਕ ਉਹਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ।
ਤੋ ਇਹ ਇਤਿਹਾਸ ਵਿੱਚ ਅਸੀਂ ਗੱਲ ਸਮਝਦੇ ਹਾਂ ਕਿ ਗੁਰੂ ਨਾਨਕ ਸਾਹਿਬ ਜਿੱਥੇ ਜਾਂਦੇ ਉੱਥੇ ਸੰਗਤਾਂ ਬਣਾਉਂਦੇ, ਸੰਗਤਾਂ ਨੂੰ ਸਥਾਪਿਤ ਕਰਦੇ। ਧਰਮਸ਼ਾਲ ਜਿਹੜਾ ਸੀ ਉਹਨਾਂ ਸੰਗਤਾਂ ਦੇ ਮਿਲ ਕੇ ਬੈਠਣ ਦਾ ਸਥਾਨ ਸੀ। ਜਦੋਂ ਧਰਮਸ਼ਾਲ ਵੀ ਧਰਮ ਕਮਾਉਣ ਦੀ ਜਗ੍ਹਾ, ਧਰਮ ਕਮਾਉਣ ਦਾ ਸਥਾਨ। ਜਦੋਂ ਤੱਕ ਇਹ ਧਰਮਸ਼ਾਲਾ ਨਹੀਂ ਸੀ ਹੋਂਦ ਚ ਆਉਂਦੀ, ਸੰਗਤ ਕਦੀ ਕਿਸੇ ਦੇ ਘਰ, ਕਦੀ ਕਿਸੇ ਦੇ ਘਰ ਆ ਕੇ ਆਪਸ ਚ ਬੈਠ ਜਾਂਦੀ। ਇਸ ਨੂੰ ਛੋਟੀ ਸੰਗਤ ਆਖਦੇ ਸਨ, ਛੋਟੀ ਸੰਗਤ ਕਿਹਾ ਜਾਂਦਾ ਸੀ। ਜਦੋਂ ਧਰਮਸ਼ਾਲ ਬਣ ਜਾਂਦੀ, ਉੱਥੇ ਵੱਡੀ ਸੰਗਤ ਜਾਂ ਬੜੀ ਸੰਗਤ ਦੇ ਨਾਮ ਦੇ ਨਾਲ ਉਹਨੂੰ ਜਾਣਿਆ ਜਾਂਦਾ ਹੈ। ਜਦੋਂ ਸੰਗਤ ਦਾ ਸੰਬੰਧ ਧਰਮਸ਼ਾਲਾ ਨਾਲ ਪੱਕੀ ਤਰ੍ਹਾਂ ਜੁੜ ਜਾਂਦਾ ਤੇ ਸੰਗਤ ਉੱਥੇ ਹਾਜ਼ਰੀ ਭਰਨੀ ਜ਼ਰੂਰੀ ਸਮਝਣ ਲੱਗ ਪੈਂਦੇ, ਤਾਂ ਉੱਥੋਂ ਦੀ ਸੇਵਾ ਸੰਭਾਲ ਬੜੇ ਪਿਆਰ ਸਤਿਕਾਰ ਨਾਲ ਕਰਦੇ, ਤਾਂ ਉਹਨੂੰ ਪੱਕੀ ਸੰਗਤ ਜਿਹੜਾ ਹੈ ਉਹ ਕਿਹਾ ਜਾਂਦਾ ਜਾਂ ਕਹਾਉਂਦਾ ਸੀ। ਤਾਂ ਸੰਗਤ ਵਿੱਚ ਮਿਲ ਬੈਠਣ ਦੀ ਸਿੱਖੀ ਦੇ ਵਿੱਚ ਇੱਕ ਬੜੀ ਮਹਾਨਤਾ ਹੈ। ਸੰਗਤ ਦੀ ਆਪਣੀ ਮਹਾਨਤਾ ਹੈ। ਮਿਲ ਬੈਠਣ ਦਾ ਨਾਲ ਜਿੱਥੇ ਭਾਈਚਾਰਾ ਪੱਕਾ ਹੁੰਦਾ ਹੈ, ਉੱਥੇ ਆਪਸੀ ਪਿਆਰ ਵੀ ਵੱਧਦਾ ਹੈ, ਵਿਚਾਰਾਂ ਦੀ ਸਾਂਝ ਵੱਧਦੀ ਹੈ, ਮਿਲ ਕੇ ਅੱਗੇ ਕੰਮ ਕਰਨ ਦੇ ਲਈ ਅਗਾਂਹ ਵਧਣ ਦਾ ਉਤਸ਼ਾਹ ਮਿਲਦਾ ਹੈ, ਸੇਵਾ ਦਾ ਮੌਕਾ ਮਿਲਦਾ ਹੈ, ਤੇ ਅੰਦਰ ਦੇ ਸਿਦਕ ਦੇ ਅੰਦਰ ਵੀ ਕਰੜਾਈ ਜਿਹੜੀ ਹੈ ਉਹ ਮਿਲਦੀ ਹੈ। ਜਿਹੜੀ ਸੰਗਤ ਦੇ ਵਿੱਚ ਜਾ ਕੇ ਅੰਦਰ ਦਾ ਜਿਹੜਾ ਸਿਦਕ ਹੈ, ਭਰੋਸਾ ਹੈ, ਉਹ ਵੀ ਵੱਧਦਾ ਹੈ। ਸੰਗਤ ਵਿੱਚ ਗੁਰੂ ਉੱਤੇ ਵਿਸ਼ਵਾਸ, ਗੁਰੂ ਤੇ ਭਰੋਸਾ, ਗੁਰੂ ਉੱਤੇ ਅਟਲ ਨਿਸ਼ਚਾ ਜਿਹੜਾ ਹੈ ਉਹ ਸਾਡਾ ਬਣਦਾ ਹੈ ਸੰਗਤ ਵਿੱਚ ਜਾ ਕੇ। ਸੰਗਤ ਵਿੱਚ ਜਾ ਕੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਅਟਲ ਨਿਸ਼ਚਾ ਸਾਡਾ ਜਿਹੜਾ ਬਣਦਾ ਹੈ। ਤੋ ਸੰਗਤ ਵਿੱਚ ਜਿੱਥੇ ਨਾਮ ਦੀ ਗੱਲ ਨਾ ਹੋਵੇ, ਗੁਰੂ ਦੇ ਯਾਦ ਦੀ ਗੱਲ ਨਾ ਹੋਵੇ, ਵਿਚਾਰ ਦੀ ਗੱਲ ਨਾ ਹੋਵੇ, ਉਹਦਾ ਨਾਮ ਸੰਗਤ ਨਹੀਂ ਹੁੰਦਾ, ਉਹਨੂੰ ਸਤ ਸੰਗਤ ਨਹੀਂ ਕਹਿ ਸਕਦੇ। ਇੱਥੇ ਨਾਮ ਦਾ, ਗੁਰੂ ਦੇ ਗੱਲ ਦਾ, ਗੁਰਬਾਣੀ ਦਾ ਸੰਚਾਰ ਹੋਣਾ ਬੜਾ ਜ਼ਰੂਰੀ ਹੈ। ਜਦੋਂ ਅਸੀਂ ਇਹਦੇ ਵਿੱਚ ਜੁੜਦੇ ਹਾਂ ਤਾਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਨੇ ਵੀ ਇਹ ਗੱਲ, ਗੁਰੂ ਨਾਨਕ ਸਾਹਿਬ ਨੇ ਵੀ ਸਮਝਾ ਦਿੱਤੀ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਬਖਾਣੀ ਹੈ। ਜਿੱਥੇ ਨਾਮ ਦੀ ਗੱਲ ਹੋਵੇ, ਚਰਚਾ ਹੋਵੇ, ਤਾਂ ਗੁਰਦੁਆਰੇ ਅੰਦਰ ਨਾਮ ਦੀ ਚਰਚਾ, ਸਿਧਾਂਤ ਦੀ ਚਰਚਾ, ਵਿਚਾਰ ਦੀ ਚਰਚਾ, ਇਹ ਹੋਣਾ ਜ਼ਰੂਰੀ ਹੈ। ਉਹਨੂੰ ਗੁਰਦੁਆਰਾ ਕਿਹਾ ਜਾਂਦਾ ਹੈ। ਤੋ ਜਦੋਂ ਕਿਉਂ ਕਾਰਨ ਕੀ ਹੈ ਕਿ ਜਦੋਂ ਬੈਠ ਕੇ ਅਸੀਂ ਬੈਠਦੇ ਹਾਂ, ਇਕੱਠੇ ਹੋ ਕੇ ਗੁਰੂ ਦੀ ਗੱਲ ਕਰਦੇ ਹਾਂ, ਪਰਮੇਸ਼ਰ ਦੇ ਘਰ ਦੀ ਗੱਲ ਕਰਦੇ ਹਾਂ, ਫਿਰ ਧਿਆਨ ਜੁੜਦਾ ਹੈ। ਤੇ ਜਦੋਂ ਧਿਆਨ ਜੁੜਦਾ ਹੈ ਤਾਂ ਉਹਦੇ ਲਈ ਫਿਰ ਗੁਰੂ ਪਾਤਸ਼ਾਹ ਨੇ ਸਾਨੂੰ ਹਦਾਇਤ ਵੀ ਕੀਤੀ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਵੈਸੋ ਸਭਾ ਵਿੱਚ ਹੈ। ਇਹ ਹਦਾਇਤ ਸਤਿਗੁਰੂ ਜੀ ਨੇ, ਸਾਧੂ ਗੁਰੂ ਅਰਜਨ ਦੇਵ ਮਹਾਰਾਜ ਨੇ ਬਸੰਤ ਰਾਗ ਦੀ ਬਾਣੀ ਦੇ ਵਿੱਚ ਵੀ ਸ਼ਬਦ ਰਾਹੀਂ ਸਾਡੇ ਅੱਗੇ ਕੀਤੀ ਹੈ। ਤਾਂ ਸੰਗਤ ਵਿੱਚ ਪਰਮੇਸ਼ਰ ਦਾ ਆਪ ਵਾਸਾ ਹੈ, ਇਹ ਵੀ ਗੱਲ ਮੰਨੀ ਜਾਂਦੀ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਇੱਥੇ ਮਨ ਦੇ ਵਿਚਾਰ ਜਿਹੜੇ ਵਲਵਲੇ ਖਤਮ ਹੁੰਦੇ ਨੇ, ਅੰਦਰ ਸ਼ੁੱਧਤਾ ਹੁੰਦੀ ਹੈ, ਅਧਿਆਤਮਿਕ ਤਰੱਕੀ ਹੁੰਦੀ ਹੈ। ਤੇ ਇਹ ਕਹਿ ਲਈਏ ਕਿ ਇੱਥੋਂ ਦੀ ਸੰਗਤ ਦੀ ਘਾਟ ਵਿੱਚ ਬੈਠ ਕੇ ਆਪਣੀ ਘਾਟ ਘੜਨ ਨਾਲ ਮਨੁੱਖ ਦਾ ਆਵਾਗਮਨ ਵੀ ਖਤਮ ਹੁੰਦਾ ਹੈ। ਜਾਂ ਇਹ ਕਹਿ ਲਈਏ ਜਦੋਂ ਅਸੀਂ ਚਰਨਾਂ ਚ ਨਿਵਾਸ ਆਖਦੇ ਹਾਂ, ਉਹ ਚਰਨਾਂ ਚ ਨਿਵਾਸ ਵੀ ਹੋ ਜਾਂਦਾ ਹੈ। ਉਹ ਸੰਗਤ ਵਿੱਚ ਬੈਠਾ, ਜਿਹੜੇ ਮਰਨ ਤੋਂ ਬਾਅਦ ਅਸੀਂ ਅਰਦਾਸ ਕਰਕੇ ਇਸ ਚਰਨਾਂ ਚ ਨਿਵਾਸ ਦਿਵਾਉਂਦੇ ਹਾਂ, ਉਹ ਜਿਉਂਦੇ ਜੀ ਉਹਦੇ ਚਰਨਾਂ ਵਿੱਚ ਨਿਵਾਸ ਦਾ ਇੱਕ ਸਰੋਤ ਹੈ, ਇੱਕ ਸਾਧਨ ਹੈ, ਉਹਨੂੰ ਅਸੀਂ ਸੰਗਤ ਕਹਿੰਦੇ ਹਾਂ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੇ ਸਿੱਖ ਧਰਮ ਨੂੰ ਸਾਧ ਸੰਗਤ ਦਾ ਧਰਮ ਕਿਹਾ ਹੈ। ਜੋ ਉਹਨਾਂ ਦੀਆਂ ਰਚਨਾਵਾਂ ਨੂੰ ਅਸੀਂ ਪੜ੍ਹਦੇ ਹਾਂ ਤਾਂ ਉਹਨਾਂ ਨੇ ਸਿੱਖ ਧਰਮ ਨੂੰ ਇਹ ਸਾਧ ਸੰਗਤ ਦਾ ਧਰਮ ਵੀ ਜਿਹੜਾ ਕਿਹਾ ਹੈ। ਉਹਦੇ ਚ ਫਿਰ ਗੁਰੂ ਸ਼ੋਭਾ ਗ੍ਰੰਥ ਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਹੈ। ਤਾਂ ਕਹਿਣ ਦਾ ਮੇਰਾ ਮਤਲਬ ਹੈ ਵੀ ਸੰਗਤ ਦੀ ਮਹਾਨਤਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਸਾਡੇ ਅੰਦਰ ਜਿਹੜੀ ਦਿਸੀ ਗਈ ਹੈ। ਅਸੀਂ ਇਹ ਗੱਲ ਕਰ ਸਕਦੇ ਹਾਂ ਵੀ ਇਹ ਗੁਰਦੁਆਰੇ ਦਾ ਦੂਜਾ ਕੰਮ ਹੈ ਜਥੇਬੰਦਕ ਧਰਮ ਨੂੰ ਜਨਮ ਦੇਣਾ, ਜਥੇਬੰਦੀ ਨੂੰ ਜਨਮ ਦੇਣਾ, ਜਿੱਥੇ ਸਾਰੇ ਸਾਂਝੀਵਾਲ ਇੱਕੋ ਪੰਗਤ ਵਿੱਚ ਬੈਠ ਕੇ ਜਦੋਂ ਗੁਰੂ ਕਾ ਲੰਗਰ ਛਕਦੇ ਨੇ, ਉਹਨਾਂ 'ਚ ਏਕਤਾ ਔਰ ਜਥੇਬੰਦੀ ਦੀ ਭਾਵਨਾ ਪੈਦਾ ਹੁੰਦੀ ਹੈ। ਲੰਗਰ ਜਿਹੜਾ ਹੈ ਕੇਵਲ ਸਰੀਰਕ ਭੁੱਖ ਦੀ ਤ੍ਰਿਪਤੀ ਦਾ ਸਾਧਨ ਨਹੀਂ ਹੈ,
ਇਹ ਸਿੱਖੀ ਦੇ ਆਚਰਨ ਕਰਨ ਦੀ ਵੀ ਇੱਕ ਮਰਿਆਦਾ ਹੈ। ਇਹ ਜ਼ਰੂਰੀ ਦਰਸਗਾਹ ਹੈ ਜਿਹੜਾ ਲੰਗਰ ਹੈ, ਜਿਹਨੂੰ ਅਸੀਂ ਲੰਗਰ ਅਸੀਂ ਕਹਿੰਦੇ ਹਾਂ, ਜਿਹੜਾ ਇੱਕ ਪੰਗਤ 'ਚ ਬੈਠ ਕੇ ਛਕਦੇ। ਦੂਜੇ ਲਫ਼ਜ਼ਾਂ 'ਚ ਅਸੀਂ ਕਹਿ ਸਕਦੇ ਹਾਂ ਕਿ ਲੰਗਰ ਸੇਵਾ ਦਾ ਇੱਕ ਜਹਾਜ਼ ਵੀ ਹੈ। ਸੇਵਾ ਕਰਨ ਦਾ ਇੱਕ ਬਹੁਤ ਵੱਡਾ ਇਹ ਮੌਕਾ ਹੈ ਜੋ ਲੰਗਰ ਦੇ ਵਿੱਚ ਸਾਨੂੰ ਮਿਲਦਾ ਹੈ। ਇੱਥੇ ਤਨ ਦੀ ਅਨਪੂਰਤੀ ਖਾਤਰ ਅਸੀਂ ਨਹੀਂ ਜਾਂਦੇ, ਕੇਵਲ ਵੀ ਅਸੀਂ ਆਪਣੇ ਤਨ ਦੀ ਪੂਰਤੀ ਲਈ ਅੰਨ ਹੀ ਖਾਣਾ ਹੈ, ਸਗੋਂ ਇਸ ਤੋਂ ਵੱਧ ਆਪਣੀ ਆਤਮਾ ਦੀ ਸ਼ੁੱਧਤਾ ਦੇ ਲਈ ਵੀ ਊਚ ਨੀਚ ਦੇ ਭਰਮ ਵਹਿਮ ਤੋਂ ਬਾਹਰ ਉੱਠ ਕੇ, ਉੱਚੇ ਉੱਠ ਕੇ, ਸੇਵਾ ਵਿੱਚ ਜੁੜ ਕੇ, ਨਿਮਰਤਾ ਦੇ ਧਾਰਨੀ ਹੋ ਕੇ, ਪਰਉਪਕਾਰ ਦੇ ਸਾਧਕ ਬਣ ਕੇ ਅਸੀਂ ਇਹ ਜੀਵਨ ਦੀਆਂ ਬੁਲੰਦੀਆਂ ਨੂੰ ਛੂਹ ਸਕਦੇ ਹਾਂ। ਇਹ ਸਾਨੂੰ ਸਾਰਾ ਕੁਝ ਲੰਗਰ ਚੋਂ ਮਿਲਦਾ ਹੈ। ਪੰਗਤ 'ਚ ਬੈਠ ਕੇ ਵਿਤਕਰਿਆਂ ਤੋਂ ਮੁਕਤ ਹੁੰਦੇ ਆ। ਲੰਗਰ ਦਾ ਤੇ ਭਾਵਨਾ ਦੇ ਨਾਲ ਜਿਹੜਾ ਲੰਗਰ ਬਣਦਾ ਹੈ, ਜਿਹਦੇ 'ਚ ਪਿਆਰ ਹੈ, ਭਾਵਨੀ ਹੈ, ਭਾਉ ਹੈ, ਪ੍ਰਸ਼ਾਦਾ ਹੈ, ਸ਼ੁਕਰਾਨਾ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਗੁਰੂ ਦਾ ਪ੍ਰਸ਼ਾਦ ਵਰਤਦਾ, ਗੁਰੂ ਦੀ ਕਿਰਪਾ ਵਰਤਦੀ ਹੈ, ਫਿਰ ਅਸੀਂ ਸ਼ੁਕਰਾਨਾ ਹੈ ਤੇ ਦਤਾਰ ਦੇ ਸ਼ੁਕਰਾਨੇ ਦੇ ਵਿੱਚ ਅਸੀਂ ਜੀਵਨ ਨੂੰ ਪਰਪੱਕ ਕਰਦੇ ਹਾਂ। ਇਹ ਗੁਰਦੁਆਰੇ ਕਿਉਂ ਸਰਬੱਤ, ਇੱਥੇ ਗੁਰਦੁਆਰਾ ਸਰਬੱਤ ਖਾਂ ਗੁਰਦੁਆਰਿਆਂ ਦੀ ਗੱਲ ਕਿਉਂ ਕੀਤੀ ਗਈ ਹੈ? ਤਾਂ ਦਰਸ਼ਕ ਤੌਰ ਤੇ ਗੁਰਦੁਆਰੇ ਵਿੱਚ ਆਏ ਹੋਏ ਮਹਿਮਾਨ ਲਈ ਜਾਂ ਗੁਰਦੁਆਰੇ 'ਚ ਆਏ ਹੋਏ ਕਿਸੇ ਵਿਅਕਤੀ ਲਈ ਉੱਥੇ ਲਫ਼ਜ਼ ਅਤਿਥੀ ਲਫ਼ਜ਼ ਵਰਤਿਆ ਗਿਆ ਸੀ। ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਅਤਿਥੀ ਹੁੰਦਾ ਜਿਹਦੀ ਥਿਤ ਭਾਵ ਸਮਾਂ ਨਿਸ਼ਚਿਤ ਨਾ ਹੋਵੇ, ਕਿਸੇ ਵੇਲੇ ਵੀ ਕੋ ਆ ਜਾਏ। ਅਤਿਥੀ ਦਾ ਜੋ ਲਫ਼ਜ਼ੀ ਅਰਥ ਹੈ ਉਹ ਜਿਹਦੀ ਸਮਾਂ ਨਿਸ਼ਚਿਤ ਨਾ ਕੀਤਾ ਜਾਂਦੀ, ਜਾਂ ਤਰੀਕ ਜਾਂ ਸਮਾਂ ਮੁਕਰਰ ਨਾ ਹੋ ਸਕੇ। ਥਿਤ ਤੋਂ ਮਤਲਬ ਉਹ ਮੁਕਰਰਤਾ, ਇਹ ਖਾਸ ਸਮੇਂ ਦੀ ਗੱਲ ਕੀਤੀ ਹੈ। ਉੱਥੇ ਲਿਖਿਆ ਵੀ ਉਸ ਵੇਲੇ ਵੀ ਗੁਰਦੁਆਰੇ ਅੰਦਰ ਲੰਗਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਤਾਂ ਗੁਰੂ ਹਰਿਰਾਏ ਸਾਹਿਬ ਜੀ ਦਾ ਜਿਹੜਾ ਸੰਦੇਸ਼ ਸਾਨੂੰ ਮਿਲਦਾ ਹੈ ਲੰਗਰ ਦੇ ਬਾਰੇ ਦੇ ਵਿੱਚ, ਚੁੱਕੇ ਸਮੇਂ ਅਥਿਤ ਜੋ ਆਵੈ, ਭਾਉ ਭਗਤ ਘਰ ਤ੍ਰਿਪਤ ਭੁਗਾਵੈ, ਸ੍ਰੀ ਸਤਿਗੁਰ ਹਰਿਰਾਏ ਜੀ ਸਿੱਖਣ ਦੇ ਉਪਦੇਸ਼, ਗੁਰ ਨਿਮਿਤ ਲੰਗਰ ਕਰੋ ਹੋਏ ਕਲਿਆਣ ਹਮੇਸ਼। ਇਹ ਜਿਹੜਾ ਸਾਨੂੰ ਸ਼ਬਦ ਜਿਹੜੇ ਹਨ ਮਿਲਦੇ ਹਨ, ਜੋ ਗੁਰਸ਼ੋਭਾ ਦੇ ਵਿੱਚ ਲਿਖੇ ਹੋਏ ਬਚਨ, ਇਹ ਬੋਲ ਜਿਹੜੇ ਹਨ ਇਹ ਮਿਲਦੇ ਹਨ। ਤੋ ਇਹ ਲੰਗਰ ਦੀ ਸੇਵਾ, ਲੰਗਰ ਦੇ ਵਿੱਚ ਬਹਿਣਾ, ਲੰਗਰ ਤੋਂ ਸਿੱਖਣਾ, ਇਹ ਸਾਰਾ ਗੁਰਦੁਆਰੇ ਨਾਲ ਸੰਬੰਧਿਤ ਹੈ। ਗੁਰਦੁਆਰੇ ਦਾ ਅਗਲਾ ਉਦਮ ਗੁਰਮਤਿ ਦੀ ਪਾਠਸ਼ਾਲਾ ਹੈ। ਇਹ ਗੁਰਮਤਿ ਦਾ ਸਕੂਲ ਹੈ, ਜਿਸ ਵਿੱਚ ਗੁਰਬਾਣੀ ਦੇ ਅੱਖਰਾਂ ਦਾ ਬੋਧ, ਗੁਰਬਾਣੀ ਦਾ ਪਾਠ, ਗੁਰਬਾਣੀ ਦੇ ਅਰਥ, ਗੁਰਬਾਣੀ ਦੀ ਕੀਰਤਨ, ਸ਼ਬਦ ਵਿਚਾਰ, ਜਾਂ ਇਹੋ ਕਹਿ ਲਈਏ ਗੁਰਦੁਆਰੇ ਗੁਰਮਤਿ ਪ੍ਰਚਾਰ ਦਾ ਇੱਕ ਸੋਮਾ ਹਨ, ਕੇਂਦਰ ਹਨ ਗੁਰਦੁਆਰੇ। ਇੱਥੇ ਹੀ ਅੰਮ੍ਰਿਤ ਸੰਚਾਰ ਦਾ ਬੰਦੋਬਸਤ ਵੀ ਗੁਰਦੁਆਰਿਆਂ ਵਿੱਚ ਕੀਤਾ ਜਾਂਦਾ ਹੈ ਤਾਂ ਕਿ ਸਿੱਖ ਸਿੱਖੀ ਵਿੱਚ ਸ਼ਾਮਲ ਹੋ ਸਕੇ। ਤਾਂ ਇਹ ਇੱਥੇ ਅੰਮ੍ਰਿਤ ਸੰਚਾਰ ਵੀ ਤਾਂ ਹੀ ਕੀਤੇ ਜਾਂਦੇ ਹਨ। ਅੱਗੇ ਚੱਲਦੇ ਹਾਂ ਤਾਂ ਦਵਾ ਦਾਰੂ ਦੀ ਗੱਲ ਵੀ ਗੁਰਦੁਆਰੇ ਮਿਲਦੀ ਹੈ। ਗੁਰਦੁਆਰਿਆਂ ਦੇ ਨਾਲ ਹਸਪਤਾਲ, ਦਵਾ ਦਾਰੂ, ਸ਼ਿਫਾਖਾਨੇ ਜਿਹਨੂੰ ਕਿਹਾ ਜਾਂਦਾ ਸੀ। ਜੇ ਸਤਿਗੁਰੂ ਜੀ ਦੀ ਆਪਾਂ ਜੀਵਨ ਕਾਲ ਨੂੰ ਦੇਖਦੇ ਹਾਂ ਤੇ ਗੁਰੂ ਪਾਤਸ਼ਾਹ ਜੀ ਨੇ ਤਰਨਤਾਰਨ ਵਿੱਚ ਸਭ ਤੋਂ ਵੱਡਾ ਕੋੜੀਆਂ ਦੇ ਲਈ, ਜਦੋਂ ਉਦੋਂ ਇਲਾਜ ਨਹੀਂ ਸੀ, ਉਹ ਉੱਥੇ ਕੋੜਖਾਨਾ ਜਿਹਨੂੰ ਕਹਿੰਦੇ ਉਦੋਂ ਬਣਾਇਆ। ਹੱਥਾਂ ਨਾਲ ਰੋਗੀਆਂ ਦੀ ਸੇਵਾ ਕਰਨੀ ਸਿਖਾਈ, ਰੋਗੀਆਂ ਤੋਂ ਨਫ਼ਰਤ ਕਰਨੀ ਬੰਦ ਕਰਨੀ ਸਿਖਾਈ। ਇਹ ਸਾਖੀ ਗੋਪਾਲਪੁਰ ਦੀ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਵੀ ਆਉਂਦੀ ਹੈ। ਹਰੇਕ ਰੋਗੀ ਨੂੰ ਸੇਵਾ ਤੇ ਹਮਦਰਦੀ ਦਾ ਹੱਕਦਾਰ ਜਿਹੜਾ ਸੀ ਗੁਰੂ ਜੀ ਨੇ ਬਣਾਇਆ, ਵੀ ਉਹਨਾਂ ਦਾ ਹੱਕ ਹੈ ਵੀ ਉਹਨਾਂ ਦੇ ਸੇਵਾ ਜਿਹੜੀ ਹੈ ਉਹ ਸਾਨੂੰ ਕਰਨ ਦੀ ਜਾਚ ਆਉਣੀ ਚਾਹੀਦੀ ਹੈ। ਪਰ ਜਿੱਥੇ ਗੁਰਦੁਆਰੇ ਸੰਸਾਰ ਤੋਂ ਬਹੁਤ ਗੁਰਦੁਆਰੇ ਨੇ, ਹਜ਼ਾਰਾਂ ਦੀ, ਹਜ਼ਾਰਾਂ ਤੋਂ ਵੀ ਇਸ ਜ਼ਿਆਦਾ ਗੁਰਦੁਆਰਿਆਂ ਦੀ ਗਿਣਤੀ ਹੋ ਸਕਦੀ ਹੈ। ਮੈਨੂੰ ਪੂਰੀ ਗਿਣਤੀ ਮੈਨੂੰ ਯਾਦ ਨਹੀਂ, ਨਾ ਮੈਨੂੰ ਪਤਾ ਹੈ, ਲੇਕਿਨ ਹਜ਼ਾਰਾਂ ਤੋਂ ਵੀ ਗਿਣਤੀ ਜਿਹੜੀ ਕਈ ਹਜ਼ਾਰਾਂ, ਇਹ ਵੀ ਕਹਿ ਲਵਾਂ ਕਿ ਲੱਖ ਤੱਕ ਦੀ ਗਿਣਤੀ ਜਿਹੜੀ ਹੈ ਗੁਰਦੁਆਰਿਆਂ ਦੀ ਹੋ ਸਕਦੀ ਹੈ। ਜਿੱਥੇ ਵੀ ਚਾਰ ਸਿੱਖ ਇਕੱਠੇ ਹੁੰਦੇ ਆ ਉੱਥੇ ਉਹ ਕੋਈ ਨਾ ਕੋਈ ਸਾਧ ਸੰਗਤ ਸਥਾਪਿਤ ਕਰ ਲਈ ਤੇ ਗੁਰਦੁਆਰੇ ਦੀ ਯੋਜਨਾ ਬਣਾ ਕੇ ਗੁਰਦੁਆਰਾ ਬਣਾ ਲੈਂਦੇ ਆ। ਪਰ ਜਿੱਥੇ ਇਹ ਸਾਡੇ ਗੁਰਦੁਆਰਿਆਂ ਦੀ ਬਹੁਤਾਤ ਹੋਈ, ਉੱਥੇ ਪ੍ਰਚਾਰ ਦਾ ਕੇਂਦਰ ਜਿਹੜਾ ਸੀ, ਕੁਛ ਨਾ ਕੁਛ ਪ੍ਰਚਾਰ ਦਾ ਕੰਮ ਜਿਹੜਾ ਸੀ ਕੋਈ ਢਿੱਲਾ ਵੀ ਪੈਂਦਾ ਗਿਆ। ਗੁਰਦੁਆਰੇ ਅਸਲ ਵਿੱਚ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹਨ। ਅੱਜ ਬਹੁਤ ਸਾਰੇ ਥਾਂ ਤੇ ਗੁਰਦੁਆਰੇ ਨਿੱਜੀ ਜਾਇਦਾਦ ਬਣ ਕੇ ਪ੍ਰਾਈਵੇਟ ਕੰਪਨੀਆਂ ਬਣ ਗਈਆਂ ਔਰ ਉਹਨਾਂ ਨੇ ਆਪਣੇ ਵੱਖਰੇ ਗੁਰਦੁਆਰੇ ਖੋਲ੍ਹ ਲਏ। ਇਹ ਗੁਰਦੁਆਰਾ ਅਸਲ 'ਚ ਪੰਥ ਦੀ ਮਲਕੀਅਤ ਹੁੰਦਾ ਹੈ, ਪੰਥ ਦਾ ਹੁੰਦਾ ਹੈ, ਸਾਰਿਆਂ ਦਾ ਸਾਂਝਾ ਹੁੰਦਾ ਹੈ, ਕਿਸੇ ਦਾ ਨਿੱਜੀ ਹੋ ਨਹੀਂ ਸਕਦਾ। ਪਰ ਕਿਉਂਕਿ ਮੌਜੂਦਾ ਹਾਲਾਤ ਵਿੱਚ ਪੈਸੇ ਦੇ ਬੋਲਬਾਲੇ, ਦੌੜ ਦਾੜ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਸੀ ਉਹ ਸਿਧਾਂਤ ਦੇ ਸਿੱਕੇ ਦੇ ਟੰਗੇ ਗਏ। ਇੱਥੇ
ਜੇ ਦੂਜੇ ਲਫ਼ਜ਼ਾਂ 'ਚ ਕਹਿ ਲਈਏ ਕਿ ਗੁਰਦੁਆਰੇ ਸਾਡੇ ਆਤਮਿਕ ਜੀਵਨ ਨੂੰ ਬਲਵਾਨ ਕਰਨ ਦੇ ਸੋਮੇ ਹਨ, ਸਰੋਤ ਹਨ, ਅਸੀਂ ਇਹ ਗੱਲ ਕਰੀਏ। ਤੇ ਗੁਰਦੁਆਰੇ ਦੇ ਅੰਦਰ ਜਿਹੜੀ ਗੋਲਕ ਹੈ ਇਹ ਕਿਸੇ ਦੇ ਪਰਸਨਲ ਯੂਜ਼ ਲਈ ਨਹੀਂ ਹੈ, ਜਾਤੀ ਅਧਿਕਾਰ ਨਹੀਂ ਹੁੰਦਾ। ਗੋਲਕ ਦੀ ਮਾਇਆ ਤਾਂ ਗੁਰਦੁਆਰੇ ਦੇ ਪ੍ਰਬੰਧਕ ਕੋਲ ਇੱਕ ਅਮਾਨਤ ਹੁੰਦੀ ਹੈ। ਕਈ ਵਾਰੀ ਇਹ ਮਾਇਆ ਜਿਹੜੀ ਚਿੱਤ ਡੁਲਾ ਦਿੰਦੀ ਹੈ। ਫਿਰ ਭਾਈ ਗੁਰਦਾਸ ਜੀ ਨੇ ਇੱਕ ਆਪਣਾ ਕਵਿਤਾ ਨੰਬਰ 544 ਲਿਖ ਕੇ ਬੜਾ ਵਿਅੰਗ ਵੀ ਖਿੱਚਿਆ ਸਾਡੇ ਉੱਤੇ। ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਤਾਂ ਜੋ ਮਾਇਆ ਵਿਆਪੇ ਕਹਾਂ ਠਹਿਰਾਈਏ। ਵੀ ਬੰਦਾ ਮਾਇਆ ਤੋਂ ਡਰਦਾ ਗੁਰਦੁਆਰੇ ਜਾਂਦਾ, ਤੇ ਜੇ ਉੱਥੇ ਵੀ ਮਾਇਆ ਵਿਆਪਣੀ ਹੈ ਤੇ ਫਿਰ ਕਿਹੜਾ ਟਿਕਾਣਾ ਸਾਡੇ ਕੋਲ ਬਾਕੀ ਬਾਈ ਦਾ। ਤੇ ਗੁਰਦੁਆਰੇ ਦੀ ਹਾਜ਼ਰੀ ਸਿੱਖ ਲਈ ਜ਼ਰੂਰੀ ਹੈ ਵੀ ਉਹ ਗੁਰਦੁਆਰੇ ਜਾਵੇ, ਮੱਥਾ ਟੇਕੇ, ਗੁਰੂ ਨੂੰ ਆਪਣਾ ਅਰਪਣ ਕਰੇ, ਉਹਦੀ ਯਾਦ ਵਿੱਚ ਜੁੜੇ, ਸਤਿਗੁਰ ਦੇ ਪ੍ਰੇਮ ਵਿੱਚ ਭਿੱਜੇ, ਤੇ ਉਹਨਾਂ ਤੇ ਗੁਰਦੁਆਰਿਆਂ ਦੇ ਅਸਥਾਨਾਂ ਦੀ ਪਵਿੱਤਰਤਾ ਨੂੰ ਵੀ ਕਾਇਮ ਰੱਖਿਆ ਜਾਵੇ। ਜੇਕਰ ਪੂਜਾ ਦੇ ਇਹ ਅਸਥਾਨ ਭ੍ਰਿਸ਼ਟ ਹੋ ਜਾਣ ਤਾਂ ਮੈਂ ਬੇਨਤੀ ਕਰਦਾ ਫਿਰ ਕੌਮਾਂ ਡੁੱਬ ਜਾਂਦੀਆਂ ਹਨ। ਜੋ ਹਾਲਾਤ ਸਾਡੇ ਅੱਜ ਬਣੇ ਜਾਂਦੇ ਹਨ, ਇਹ ਕਹਿ ਸਕਦਾ ਕਿ ਉਹਨਾਂ ਦੀ ਦੁਨੀਆ ਵੀ ਲੁੱਟੀ ਜਾਂਦੀ ਹੈ, ਉਹ ਕੌਮਾਂ ਵੀ ਡੁੱਬਦੀਆਂ ਜਾਂਦੀਆਂ ਹਨ, ਔਰ ਜਿਹੜਾ ਜਹਾਜ਼ ਕੌਮ ਦਾ ਹੈ ਉਹ ਫਿਰ ਇਸ ਭ੍ਰਿਸ਼ਟਾਚਾਰ ਦੇ ਅੰਦਰ ਡੁੱਬ ਕੇ ਖਤਮ ਹੋ ਜਾਂਦਾ ਹੈ। ਤਾਂ ਕੁਛ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਡੇ ਨਾਲ ਵਾਪਰ ਰਹੀਆਂ ਹਨ। ਇਹ ਅਸਲ 'ਚ ਸਿੱਖੀ ਜੀਵਨ ਦੀ ਇੱਕ ਚਾਰਟਸਾਲ ਹਨ, ਗੁਰਦੁਆਰੇ ਪਾਠਸ਼ਾਲਾ ਹਨ, ਇਹ ਕਿਲੇ ਹਨ ਸਾਡੇ, ਇਹ ਪ੍ਰੇਰਨਾ ਦੇ ਸਰੋਤ ਹਨ। ਤਾਂ ਇਹਨਾਂ ਦੇ ਇੰਨੇ ਗੁਣ ਹੋਣ ਕਰਕੇ ਹੀ ਇਹਨਾਂ ਗੁਰਦੁਆਰਿਆਂ ਦੇ ਸੰਬੰਧ 'ਚ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਪੰਥਕ ਸੰਸਥਾਵਾਂ ਹਨ, ਕੇਂਦਰ ਨਾਲ ਜੁੜਨ ਦੀ ਗੱਲ ਹਨ। ਇਹਨਾਂ ਨੂੰ ਪੰਥਕ ਸੰਸਥਾਵਾਂ ਮੰਨ ਕੇ ਤਾਂ ਫਿਰ ਇਹ ਗੱਲ ਕਹੀ ਜਾਂਦੀ ਹੈ ਜੀ, ਇਹ ਇਹਨਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੋਂ ਪੰਥ ਜਿੱਥੇ ਗੁਰਦੁਆਰਿਆਂ ਦੇ ਕਿਉਂਕਿ ਇੰਨੀ ਮਹਾਨਤਾ ਹੈ, ਇਸ ਵਾਸਤੇ ਇਹ ਗੱਲ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਤਾਂ ਉਹ ਤਾਂ ਇਹ ਸ਼ਬਦ ਵਰਤੇ ਗਏ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਇਸ ਕਰਕੇ ਸ਼ਬਦਾਵਲੀ ਜਿਹੜੀ ਹੈ ਗੁਰਦੁਆਰੇ ਦੀ ਮਹਾਨਤਾ ਨੂੰ ਦਰਸਾਉਂਦੀ ਹੈ। ਕਮੀਆਂ ਆ ਜਾਣੀਆਂ, ਕਮਜ਼ੋਰੀਆਂ ਆ ਜਾਣੀਆਂ, ਇਹ ਸਾਡਾ ਕੰਮ ਹੈ, ਲੇਕਿਨ ਗੁਰਦੁਆਰੇ ਦਾ ਜੋ ਮਨੋਰਥ ਸੀ ਉਸ ਮਨੋਰਥ ਵਿੱਚ ਜਦੋਂ ਅਸੀਂ ਪੂਰੇ ਹੋਵਾਂਗੇ ਤਾਂ ਫਿਰ ਅਸੀਂ ਬੋਲਦੇ ਹਾਂ ਇਹ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅੱਗੇ ਨੈਕਸਟ ਪੈਰਾ ਜੋ ਸ਼ੁਰੂ ਹੁੰਦਾ ਹੈ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਤਾਂ ਸਾਡੀ ਅਰਦਾਸ ਵੀ ਸਭ ਤੋਂ ਪਹਿਲਾਂ ਸਮੁੱਚੇ ਪੰਥ ਸਰਬੱਤ ਖਾਲਸਾ ਜੀ ਵੱਲੋਂ ਕੀਤੀ ਜਾਂਦੀ ਇਹ ਸ਼ਬਦਾਵਲੀ ਹੈ। ਇੱਥੇ ਅਰਦਾਸੀਆ ਕੋਈ ਵੀ ਹੋਵੇ, ਕੋਈ ਵੀ ਅਰਦਾਸ ਕਰਦਾ ਹੋਵੇ, ਉਹ ਸਰਬੱਤ ਖਾਲਸਾ ਦਾ ਪ੍ਰਤੀਨਿਧ ਹੋ ਕੇ ਅਰਦਾਸ ਕਰ ਰਿਹਾ ਹੁੰਦਾ। ਇੱਥੇ ਜਦੋਂ ਅਰਦਾਸ ਕਰਦਾ ਨਾ ਪ੍ਰਥਮੇ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ, ਇਸ ਦਾ ਮਤਲਬ ਉਹਦੀ ਆਪਣੀ ਅਰਦਾਸ ਨਹੀਂ ਹੈ ਜਾਂ ਆਪਣੇ ਵੱਲੋਂ ਅਰਦਾਸ ਨਹੀਂ ਕਰ ਰਿਹਾ। ਕੋਈ ਇੱਕ ਖਾਲਸੇ ਨੂੰ ਅਗਵਾਈ ਦੇਣ ਦੀ ਗੱਲ ਕਰ ਰਿਹਾ, ਉਹਨਾਂ ਵੱਲੋਂ ਹੋ ਕੇ ਗੱਲ ਕਰ ਰਿਹਾ। ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ, ਪ੍ਰਤੀਨਿਧ ਹੁੰਦਾ ਹੈ ਜਿਹੜਾ ਅਰਦਾਸ ਕਰਦਾ ਹੈ। ਇਹਦਾ ਮਤਲਬ ਉਹਦੀ ਜ਼ਿੰਮੇਵਾਰੀ ਵੀ ਜ਼ਿਆਦਾ ਹੈ। ਜਿਹੜਾ ਪ੍ਰਤੀਨਿਧ ਹੋਵੇਗਾ, ਇਹਦਾ ਜੇ ਜ਼ਿੰਮੇਵਾਰੀ ਜ਼ਿਆਦਾ ਹੈ ਤਾਂ ਫਿਰ ਉਹਨੂੰ ਬਿਲਕੁਲ ਜੁੜ ਕੇ ਉਸ ਪਰਮੇਸ਼ਰ ਦੇ ਧਿਆਨ ਨਾਲ ਇੱਕਮਿਕ ਹੋ ਕੇ ਅਰਦਾਸ ਕਰਨੀ ਚਾਹੀਦੀ ਹੈ, ਤਦ ਕਿ ਉਹ ਇਕੱਲਾ ਆਪਣੀ ਅਰਦਾਸ ਨਹੀਂ ਕਰਦਾ। ਇੱਥੇ ਸਮੁੱਚੇ ਪੰਥ ਦੀ ਜਾਂ ਪ੍ਰਤੀਨਿਧ ਹੋ ਕੇ ਅਰਦਾਸ ਕਰ ਰਿਹਾ ਹੁੰਦਾ ਹੈ। ਜਦੋਂ ਅਰਦਾਸ ਸਾਰਾ ਕਹਿੰਦਾ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਤਾਂ ਸਰਬੱਤ ਖਾਲਸੇ ਦਾ ਜਿਹੜਾ ਸ਼ਬਦੀ ਅਰਥ ਹੈ ਵੀ ਖਾਲਸੇ ਦਾ ਪ੍ਰਤੀਨਿਧ ਹੋ ਕੇ ਜਾਂ ਸੰਗਤ ਦਾ ਪ੍ਰਤੀਨਿਧ ਹੋ ਕੇ ਅਰਦਾਸ ਕਰ ਰਿਹਾ ਹੁੰਦਾ ਹੈ। ਉਸ ਵੇਲੇ ਜਿਹੜੀ ਸੰਗਤ ਜੁੜੀ ਹੋਈ ਹੁੰਦੀ ਹੈ। ਸਿੱਖ ਧਰਮ ਵਿੱਚ ਪੁਜਾਰੀ ਸ਼੍ਰੇਣੀ ਕੋਈ ਨਹੀਂ, ਪਹਿਲੀ ਗੱਲ ਆਪਾਂ ਨੂੰ ਇਹ ਸਮਝ ਲੈਣੀ ਚਾਹੀਦੀ ਹੈ। ਇਸ ਲਈ ਅਰਦਾਸ ਹਰ ਕੋਈ ਕਰ ਸਕਦਾ ਹੈ, ਹਰ ਕਿਸੇ ਨੂੰ ਅਰਦਾਸ ਕਰਨ ਦਾ ਵਿਧਾਨ ਹੈ, ਖੁੱਲੀ ਹੈ, ਖੁੱਲ ਹੈ। ਬੱਚਾ ਵੀ ਗੁਰੂ ਅੱਗੇ ਖੜਾ ਹੋ ਕੇ ਸੰਗਤ ਵੱਲੋਂ ਅਰਦਾਸ ਕਰਨ ਦਾ ਹੱਕ ਰੱਖਦਾ ਹੈ। ਇਸ ਲਈ ਅਸੀਂ ਗੱਲ ਕਰਦੇ ਹਾਂ ਕਿ ਬੱਚੇ ਨੂੰ ਸਾਨੂੰ ਅਰਦਾਸ ਯਾਦ ਕਰਾਉਣੀ ਚਾਹੀਦੀ ਹੈ, ਬੱਚੇ ਨੂੰ ਅਰਦਾਸ ਕੰਠ ਹੋਣੀ ਚਾਹੀਦੀ ਹੈ, ਕਿਉਂਕਿ ਅਰਦਾਸ ਮਨ ਦੀਆਂ ਭਾਵਨਾਵਾਂ ਹਨ ਜਿਹੜੀਆਂ ਗੁਰੂ ਨਾਲ ਸਾਂਝੀਆਂ ਕਰਨੀਆਂ ਹੁੰਦੀਆਂ ਨੇ। ਤਾਂ ਇਹ ਗੱਲ ਪਹਿਲਾਂ ਸਮਝ ਲੈਣਾ ਕਿ ਅਰਦਾਸ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਦਾ ਹੱਕ ਨਹੀਂ ਹੈ, ਵੀ ਕੋਈ ਵਿਸ਼ੇਸ਼ ਵਿਅਕਤੀ ਹੀ ਅਰਦਾਸ ਕਰ ਸਕਦਾ ਹੈ। ਖਾਲਸਾ ਜਿਹੜਾ ਹੈ, ਇਸ ਖਾਲਸਾ ਬਰਾਦਰੀ ਦਾ ਕੋਈ ਮੈਂਬਰ ਵੀ ਅਰਦਾਸ ਕਰੇ, ਉਹ ਸਰਬੱਤ ਖਾਲਸਾ ਦੀ ਅਰਦਾਸ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਇਹ ਕਹਿ ਲਈਏ ਕਿ ਖਾਲਸਾ ਦਾ ਹਰ ਮੈਂਬਰ ਵੀ ਖਾਲਸਾ ਦੀ ਸਰਬੱਤ ਖਾਲਸਾ ਦੀ ਪ੍ਰਤੀਨਿਧਤਾ ਕਰਦਾ ਹੈ।
ਪ੍ਰਤੀਨਿਧਤਾ ਹੋ ਕੇ ਅਰਦਾਸ ਕਰਨ ਦਾ ਅਧਿਕਾਰੀ ਹੈ। ਤੋ ਇੱਥੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਖਾਲਸਾ ਤਾਂ ਹੈ ਹੀ ਸਦਾ ਸਰਬੱਤ ਦਾ ਹੈ। ਖਿਆਲ ਕਰਨਾ, ਇੱਕ ਪ੍ਰਾਣੀ ਲਾਡਲੀ ਫੌਜ ਹੈ ਅਕਾਲ ਪੁਰਖ ਦੀ। ਇਹਨਾਂ ਦਾ ਹਰ ਇੱਕ ਪ੍ਰਾਣੀ ਜਿਹੜਾ ਹੈ ਉਹ ਅਕਾਲ ਪੁਰਖ ਦੀ ਇੱਕ ਲਾਡਲੀ ਫੌਜ ਹੈ। ਕਿਉਂ ਖਾਲਸਾ ਅਕਾਲ ਪੁਰਖ ਦਾ ਹੈ? ਇਹ ਗੱਲ ਅਸੀਂ ਆਪ ਰਹਿਤਨਾਮਿਆਂ 'ਚ ਵੀ ਆਮ ਪੜ੍ਹਦੇ ਹਾਂ। ਗੁਰੂ ਸਾਹਿਬ ਜੀ ਦੇ ਜਦੋਂ ਅਸੀਂ ਜੀਵਨੀ ਦੀ ਗੱਲ ਕਰਦੇ ਹਾਂ, ਵਿਸਾਖੀ ਦੀ ਗੱਲ ਕਰਦੇ ਹਾਂ, ਤਾਂ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਫੌਜ ਦੀ ਗੱਲ ਕਹਿ ਕੇ ਗੱਲ ਕਰਦੇ ਹਾਂ। ਇਸ ਅਸੀਂ ਇਹ ਕਹਿੰਦੇ ਹਾਂ ਸਾਰੇ ਵਾਸੀ ਆਨੰਦਪੁਰ ਦੇ ਹਨ। ਪਿਤਾ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਹੈ, ਮਾਤਾ ਸਾਹਿਬ ਕੌਰ ਜੀ ਹਨ। ਪਹਿਲੇ ਇਹ ਇਤਿਹਾਸ ਦਾ ਪਹਿਲਾ ਮੋੜ ਸੀ ਜਦੋਂ ਇਹ ਖਾਲਸੇ ਦੀ ਸਿਰਜਣਾ ਆਨੰਦਪੁਰ ਦੀ ਧਰਤੀ ਤੇ ਕੀਤੀ ਗਈ। ਇੱਥੇ ਉਹ ਜਿਹੜਾ ਵਿਰਸਾ ਹੈ ਨਾ ਖਾਲਸੇ ਦੀ, ਜਿਹੜੀ ਉਹ ਆਨੰਦਪੁਰ ਸਾਹਿਬ ਜੀ ਦੀ ਜਿਹੜੀ ਯਾਦ ਹੈ, ਤੇ ਉਹਦੇ ਵਿੱਚੋਂ ਜਦੋਂ ਸਾਡਾ ਜਨਮ ਹੋਇਆ ਤੇ ਉਹਦੇ ਵਿੱਚੋਂ ਸਾਡੀ ਪਾਲਣਾ ਵੱਡੇ ਹੋਏ, ਤੇ ਉਹ ਜਿਹੜੀ ਯਾਦ ਅੰਦਰ ਹੈ, ਸੰਕਲਪ ਹੈ, ਉਹ ਅੰਦਰੋਂ ਨਹੀਂ ਭੁੱਲਣਾ ਚਾਹੀਦਾ। ਸਰਬੱਤ ਖਾਲਸਾ ਦੇ ਵਿੱਚ, ਕਿਉਂਕਿ ਅਸੀਂ ਖਾਲਸਾ ਦੇ ਮੈਂਬਰ ਹਾਂ, ਇਕੱਠਿਆਂ ਜਿਉਣ ਦੀ ਜਾਚ ਸਿਖਾਈ ਗਈ। ਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਰੰਗ ਵਿੱਚ ਰੰਗ ਕੇ, ਇੱਕੋ ਰੰਗ ਵਿੱਚ ਬੰਨ ਕੇ, ਅੰਮ੍ਰਿਤ ਪਾਨ ਕਰਕੇ, ਕੁਲ ਨਾਸ, ਕਰਮ ਨਾਸ, ਧਰਮ ਨਾਸ, ਕਿਰਤ ਨਾਸ, ਇਹ ਸਾਰਾ ਕੁਝ ਇੱਕ ਖਤਮ ਜਿਹੜਾ ਸੀ ਕੀਤਾ। ਹੋਇਆ ਕਿ ਉਸ ਤੋਂ ਬਾਅਦ ਕਹਿੰਦੇ ਫਿਰ ਆਪਣੇ ਆਪ ਹੀ ਇਹ ਗੁਰੂ ਵਾਲੇ ਬਣ ਗਏ, ਗੁਰੂ ਦੇ ਹੋ ਗਏ। ਖਾਲਸਾ ਦਾ ਜਨਮ ਤਾਂ ਜਿਹੜਾ ਹੈ ਉਹ ਗੁਰੂ ਨੂੰ ਆਪਾਂ ਵਾਰ ਕੇ ਹੋਇਆ ਹੈ। ਪਹਿਲਾਂ ਆਪਣਾ ਆਪ ਗਵਾਇਆ, ਫਿਰ ਖਾਲਸੇ ਦਾ ਜਨਮ ਹੋਇਆ। ਜਿਹੜਾ ਖਾਲਸੇ ਦੀ ਜਨਮ ਦੀ ਗੱਲ ਕੀਤੀ ਹੈ, ਪਹਿਲਾਂ ਆਪਾਂ ਭਾਗ ਗਵਾਉਣਾ ਪੈਂਦਾ ਹੈ। ਸਰਬੱਤ ਖਾਲਸਾ ਦੇ ਵਿੱਚ ਬੜੇ ਸਿਧਾਂਤ ਹਨ, ਇਹ 'ਚ ਆਪਾਂ ਆਪ ਵਾਰਨ ਦਾ ਸੰਕਲਪ ਛੁਪਿਆ ਹੋਇਆ ਹੈ। ਸਰਬੱਤ ਖਾਲਸੇ ਦੇ ਖਾਲਸਾ ਸ਼ਬਦ ਦੇ ਵਿੱਚ ਆਪਾਂ ਭਾਵ ਵਾਰਨ ਦਾ ਸੰਕਲਪ ਹੈ। ਜਿਨ੍ਹਾਂ ਨੇ ਆਪਾਂ ਭਾਵ ਵਾਰਿਆ, ਜਿਨ੍ਹਾਂ ਨੇ ਆਪਣਾ ਆਪ ਗਵਾਇਆ, ਜਿਨ੍ਹਾਂ ਨੇ ਗੁਰੂ ਦੀ ਚਮਕਦੀ ਹੋਈ ਸ਼ਮਸ਼ੀਰ ਅੱਗੇ ਗਰਦਨ ਝੁਕਾਈ, ਜਿਨ੍ਹਾਂ ਨੇ ਗੁਰੂ ਦੇ ਹੁਕਮ ਦੇ ਉੱਤੇ ਚੱਲ ਕੇ ਆਪਣਾ ਜੀਵਨ ਅਰਪਣ ਕੀਤਾ, ਤਾਂ ਇੱਥੇ ਇਸ ਖਾਲਸੇ ਦੇ ਸੰਕਲਪ ਵਿੱਚ, ਸਰਬੱਤ ਖਾਲਸਾ ਦੇ ਸੰਕਲਪ ਵਿੱਚ ਆਪਾਂ ਆਪ ਤਿਆਗਣ ਦਾ, ਆਪਣਾ ਆਪ ਵਾਰਨ ਦਾ ਜਿਹੜਾ ਹੈ ਉਹ ਭਾਵ ਸਾਨੂੰ ਦਰਸਾਉਂਦਾ ਹੈ। ਕਿਉਂ? ਕਿਉਂਕਿ ਆਪਾਂ ਭਾਵ ਵਾਰ ਕੇ ਹੀ ਜਨਮ ਗੁਰੂ ਦੇ ਘਰ ਵਿੱਚ ਹੁੰਦਾ ਹੈ। ਪਹਿਲਾ ਸਾਡਾ ਸੰਸਾਰਿਕ ਜਨਮ ਹੁੰਦਾ ਹੈ ਆਪਣੇ ਮਾਂ-ਬਾਪ ਦੇ ਘਰ, ਫਿਰ ਗੁਰੂ ਦੇ ਘਰ ਜਨਮ ਜਿਹੜਾ ਹੈ ਉਹ ਆਪਾਂ ਵਾਰ ਕੇ ਹੁੰਦਾ ਹੈ। ਇਹ ਵੀ ਗੱਲ ਬੇਨਤੀ ਕਰਦੇ ਹਾਂ, ਜਦੋਂ ਗੁਰੂ ਦੇ ਘਰ ਵੀ ਜਨਮ ਹੁੰਦਾ ਹੈ, ਫਿਰ ਸਤਿਗੁਰੂ ਕੇ ਜਨਮ ਹੈ। ਗਬਨ ਮਟਾਇਆ ਦੀ ਗੱਲ ਵੀ ਗੁਰੂ ਪਾਤਸ਼ਾਹ ਨੇ ਸਾਨੂੰ ਭਰੋਸਾਦਾਰ ਗੱਲ ਕੀਤੀ ਹੈ ਵੀ ਜਿਹੜਾ ਇਹ ਜੀਵਨ ਨੂੰ ਕਮਾਉਂਦਾ ਹੈ, ਗੁਰੂ ਦੀ ਮਾਰਗ ਤੇ ਚੱਲਦਾ ਹੈ, ਗੁਰੂ ਦੇ ਦੱਸੇ ਸੰਦੇਸ਼ ਤੇ ਚੱਲਦਾ ਹੈ, ਉੱਥੇ ਫਿਰ ਆ ਸਤਿਗੁਰੂ ਕੇ ਜਨਮ ਹੈ, ਗਬਨ ਮਟਾਇਆ ਦੀ ਸਥਿਤੀ ਤੇ ਜਾ ਪਹੁੰਚ ਪਾਓ, ਆਵਾਗਮਨ ਦਾ ਖਤਮਾ ਵੀ ਹੋ ਜਾਂਦਾ ਹੈ। ਨਿੱਜੀ ਜੋਦੜੀ ਤੋਂ ਪਹਿਲਾਂ, ਆਪਣੀ ਨਿੱਜੀ ਅਰਦਾਸ ਤੋਂ ਪਹਿਲਾਂ ਨਿੱਜੀ ਅਰਦਾਸ ਅਖੀਰ ਤੇ ਜਾ ਕੇ ਕੀਤੀ ਜਾਂਦੀ ਹੈ। ਉਹ ਖਾਲਸਾ ਪਰਿਵਾਰ ਲਈ ਅਰਦਾਸ ਕਰਨੀ ਜ਼ਰੂਰੀ ਹੈ। ਜਿਹੜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਇਹ ਪਹਿਲਾਂ ਨਿੱਜੀ, ਸਾਡੀ ਨਿੱਜੀ, ਜਦੋਂ ਅਖੀਰ ਤੇ ਜਾ ਕੇ ਅਸੀਂ ਮੰਗ ਰੱਖਦੇ ਹਾਂ ਇਸ ਤਰ੍ਹਾਂ ਜੀ, ਇਹ ਜੀ, ਪਰ ਪਹਿਲਾਂ ਅਸੀਂ ਸਰਬੱਤ ਖਾਲਸੇ ਦੇ ਲਈ ਅਰਦਾਸ ਕਰਦੇ ਹਾਂ। ਤਾਂ ਇਹ ਹਰ ਗੁਰਸਿੱਖ ਲਈ ਜ਼ਰੂਰੀ ਹੈ ਕਿ ਉਹ ਪ੍ਰਥਮੇ ਸਰਬੱਤ ਖਾਲਸਾ ਜੀ ਦੀ ਅਰਦਾਸ ਵਿੱਚੋਂ ਲੰਘ ਕੇ ਨਿੱਜ ਦੀ ਅਰਦਾਸ ਤੇ ਪਹੁੰਚੇ। ਸੋ ਆਪਣੀ ਨਿੱਜੀ ਜਾਚਨਾ ਤੋਂ ਪਹਿਲਾਂ ਉਹ ਸਰਬੱਤ ਖਾਲਸਾ ਦੀ ਵੱਲੋਂ ਪ੍ਰਾਰਥਨਾ ਹੋ ਕੇ, ਉਹਦਾ ਪ੍ਰਤੀਨਿਧ ਹੋ ਕੇ ਪ੍ਰਾਰਥਨਾ ਕਰੇ। ਸਤਿਗੁਰ ਪਾਤਸ਼ਾਹ ਨੇ ਮੈਨੂੰ ਤੇ ਇਹੋ ਜਾਪਦਾ ਹੈ ਕਿ ਹਰ ਕਾਰਜ ਵਿੱਚ ਸਤਿਗੁਰੂ ਨੇ ਜੀਵਨ ਦੇ ਸਾਡੇ ਹਰ ਖੇਤਰ ਵਿੱਚ ਸਮੂਹਕ ਕਾਮਨਾ, ਸਮੂਹਕ ਭਾਵਨਾ ਤੇ ਸਮੂਹਕ ਵਿਸ਼ਵਾਸ ਦਾ ਜਿਹੜਾ ਹੈ ਉਹ ਸੰਕਲਪ ਪੈਦਾ ਕੀਤਾ ਹੈ। ਇਕੱਠੇ ਇੱਕ ਭਾਵਨਾ, ਇੱਕ ਕਾਮਨਾ, ਇੱਕ ਵਿਸ਼ਵਾਸ, ਇੱਕ ਐਸੀ ਕੌਮ ਬਣਾਈ ਜਿਹਦੇ ਸਾਰੇ ਟੱਬਰ, ਸਾਰੇ ਜੀ ਪ੍ਰਭੂ ਦੇ ਨਾਮ ਦੀ ਮੰਗ ਕਰਦੇ ਹਨ, ਮੰਗ ਨੂੰ ਦੁਹਰਾਉਂਦੇ ਹਨ। ਕਿਉਂਕਿ ਚਿੱਤ, ਜਦੋਂ ਪ੍ਰਭੂ ਚਿੱਤ ਆਵਨ ਕਾ ਸਦਕਾ, ਫਿਰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਫਿਰ ਕਹਿੰਦੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੋ ਇੱਥੇ ਸਰਬੱਤ ਖਾਲਸਾ ਜੀ ਦੀ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਜਿਹੜੀ ਗੱਲਬਾਤ ਹੈ, ਇਹ ਬੜੀ ਵੱਡੀ ਇੱਕ ਚੀਜ਼ ਹੈ। ਇਹ ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਦੀ ਗੱਲ ਕੀਤੀ ਹੈ। ਸਭ ਤੋਂ ਵੱਡੀ ਮੰਗ ਹੈ ਚਿੱਤ ਵਿੱਚ ਪਰਮੇਸ਼ਰ ਨੂੰ ਵਸਾਉਣ ਦੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਕੀ ਵਾਹਿਗੁਰੂ 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 ਚਿੱਤ ਆਵੇ।
ਹੁਣ ਇੱਥੇ ਅਰਦਾਸੀਆ ਸਿੰਘ ਹਦਾਇਤ ਕਰਦਾ ਹੈ, ਅਰਦਾਸੀਆ ਪ੍ਰਤੀਨਿਧ ਬਣ ਕੇ ਇਹ ਗੱਲ ਦੱਸਦਾ ਹੈ, ਬੋਲਣ ਲਈ ਨਹੀਂ ਕਹਿੰਦਾ ਵੀ ਵਾਹਿਗੁਰੂ ਵਾਹਿਗੁਰੂ ਬੋਲੋ, ਪਿੱਛੇ ਨਹੀਂ ਕਹਿੰਦਾ। ਅਸੀਂ, ਸਾਡੀ ਗਲਤੀ ਹੈ ਕਿ ਅਸੀਂ ਜਦੋਂ ਅਰਦਾਸੀਆ ਵਾਹਿਗੁਰੂ 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 ਕਰਦਾ, ਅਸੀਂ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਨਹੀਂ। ਅਰਦਾਸੀਆ ਸਿੰਘ ਹਦਾਇਤ ਕਰਦਾ ਹੈ ਤੇ ਗੁਰੂ ਅੱਗੇ ਪ੍ਰਾਰਥਨਾ ਕਰਦਾ ਹੈ, ਸੰਗਤ ਨੂੰ ਹਦਾਇਤ ਹੈ, ਗੁਰੂ ਅੱਗੇ ਪ੍ਰਾਰਥਨਾ, ਮਹਾਰਾਜ ਆਪਣੇ ਗੁਰਸਿੱਖਾਂ ਨੂੰ, ਤੁਹਾਡੇ ਗੁਰਸਿੱਖਾਂ ਨੂੰ, ਤੁਹਾਡੇ ਖਾਲਸੇ ਨੂੰ, ਤੁਹਾਡੇ ਖਾਲਸੇ ਦੇ ਮਨ ਵਿੱਚ ਗੁਰੂ ਚਿੱਤ ਆਵੇ, ਗੁਰੂ ਵਸਿਆ ਰਵੇ, ਗੁਰੂ ਦੀ ਯਾਦ ਵਸੀ ਰਵੇ। ਕਿਉਂ ਵਸੀ ਰਵੇ? ਜਦੋਂ ਗੁਰੂ ਵਸ ਜਾਂਦਾ ਹੈ ਤਾਂ ਫਿਰ ਸਤਿਗੁਰੂ ਜੀ ਦਾ ਇਹ ਭਰੋਸਾ ਸਾਨੂੰ ਦਿਵਾਇਆ ਗਿਆ, ਜਿਸ ਤੋਂ ਆਵੇ ਚਿੱਤ ਤਿਸ ਨੂੰ ਸਦਾ ਸੁਖ, ਜਿਸ ਤੋਂ ਆਵੇ ਚਿੱਤ ਤਿਸ ਜਮ ਨਾਹੇ ਦੁਖ, ਜਿਸ ਤੋਂ ਆਵੇ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ, ਜਿਸ ਤੋਂ ਆਵੇ ਚਿੱਤ ਸੋ ਪ੍ਰਵਾਨ ਜਨ, ਜਿਸ ਤੋਂ ਆਵੇ ਚਿੱਤ ਬਹੁਤਾ ਤਿਸ ਧਨ, ਜਿਸ ਤੋਂ ਆਵੇ ਚਿੱਤ ਸੋ ਵੱਡ ਪਰਵਾਰਿਆ, ਜਿਸ ਤੋਂ ਆਵੇ ਚਿੱਤ ਤਿਨ ਕੁਲ ਉਦਾਰਿਆ। ਇੰਨੀਆਂ ਗੱਲਾਂ ਹਨ ਵਾਹਿਗੁਰੂ 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 ਚਿੱਤ ਆਉਂਦੀਆਂ, ਜਿਹੜੀਆਂ ਉਸਨੇ ਹਦਾਇਤ ਜਿਹੜੀ ਕੀਤੀ ਜਾਂਦੀ ਹੈ। 960 ਅੰਕ ਤੇ ਬਚਨ ਹਨ ਸਤਿਗੁਰੂ ਜੀ ਦੇ, ਜਿਹੜੀ ਗੱਲ ਗੁਰੂ ਪਾਤਸ਼ਾਹ ਜੀ ਨੇ ਸਮਝਾਈ। ਇਸ ਤੋਂ ਅੱਗੇ ਹੋਰ ਅਸੀਂ ਗੁਰਬਾਣੀ ਸਾਰੀ ਜਦੋਂ ਪੜ੍ਹਦੇ ਹਾਂ, ਚੀਤ ਆਵੇ ਤਾਂ ਮਹਾ ਆਨੰਦ, ਚੀਤ ਆਵੇ ਤਾਂ ਸਭ ਦੁੱਖ ਭੰਜ, ਚੀਤ ਆਵੇ ਤਾਂ ਸ਼ਰਧਾ ਪੂਰੀ, ਚੀਤ ਆਵੇ ਤਾਂ ਕਬੇ ਨਾ ਝੂਰੀ। ਇਹ ਸਾਰੀ ਗੱਲਾਂ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ। ਇਹ ਕੀ ਹੈ? ਵਾਹਿਗੁਰੂ 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 ਚਿੱਤ ਆਵੇ, ਇਹ ਚਿੱਤ ਹੈ। ਚਿੱਤ ਕਿਉਂ ਆਵੇ? ਸਾਰੇ ਪ੍ਰਕਾਰ ਦਾ ਸੁੱਖ, ਸਭ ਪਾਸੇ ਦਾ ਸੁੱਖ, ਆਰਥਿਕ ਦਾ, ਪਰਮਾਰਥਿਕ ਦਾ, ਰਾਜਨੀਤੀ ਦਾ, ਸੱਭਿਆਚਾਰ ਦਾ, ਸਮੂਹ ਖੇਤਰਾਂ ਦਾ ਸੁੱਖ ਦੀ ਕਾਮਨਾ ਇਹਦੇ 'ਚ ਕੀਤੀ ਜਾਂਦੀ ਹੈ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਦੀ ਗੱਲ ਕਰਦੇ ਹਾਂ। ਜਿੱਥੇ ਖਾਲਸਾ ਜੀ ਵਸ ਰਿਹਾ ਹੈ, ਉਹ ਪਿੰਡਾਂ ਵਿੱਚ ਵਸ ਰਿਹਾ, ਉਹ ਸ਼ਹਿਰਾਂ ਵਿੱਚ ਵਸ ਰਿਹਾ, ਉਹ ਜੰਗਲਾਂ ਬੇਲਿਆਂ ਵਿੱਚ ਵਸ ਰਿਹਾ ਹੈ, ਉਹ ਭੁੱਖਾ ਹੈ, ਉਹ ਧਿਆਇਆ ਹੈ, ਉਹ ਰੱਜਿਆ ਹੋਇਆ ਹੈ। ਜਿੱਥੇ ਵੀ ਹੈ ਉੱਥੇ ਹੀ ਉਹਦੀ ਰੱਖਿਆ ਰਹਿਣ ਦੀ ਮੰਗ ਵੀ ਨਾਲ ਜਿਹੜੀ ਕੀਤੀ ਗਈ ਹੈ। ਇਹ ਜਿਹੜੀ ਅੱਗੇ ਜਾ ਕੇ ਸ਼ਬਦਾਵਲੀ ਅਰਦਾਸ ਦੀ ਆਉਂਦੀ ਹੈ, ਖਾਲਸੇ ਕੋਲੋਂ ਇਹ ਵੀ ਮੰਗ ਜਿਹੜੀ ਹੈ ਕੀਤੀ ਗਈ ਹੈ, ਕਿਉਂਕਿ ਖਾਲਸਾ ਕਾਲਪੁਰਖ ਦੀ ਫੌਜ ਹੈ, ਇੱਥੇ ਪ੍ਰਮਾਤਮਾ ਦੀ ਮੌਤ ਚੋਂ ਪੈਦਾ ਹੋਇਆ ਹੈ, ਸਤਿਗੁਰੂ ਦਾ ਆਪਣਾ ਪਰਿਵਾਰ ਹੈ। ਤਾਂ ਇੱਕ ਪਰਿਵਾਰ ਹੋਣ ਦੇ ਨਾਤੇ ਇਹ ਸਾਰੀਆਂ ਚੀਜ਼ਾਂ ਇਕੱਲੀ ਆਪਣੇ ਲਈ ਨਹੀਂ ਮੰਨੀਆਂ ਗਈਆਂ। ਇੱਥੇ ਕੋਈ ਬੰਦਾ ਆਪਣੇ ਲਈ ਨਿੱਜੀ ਤੌਰ ਤੇ ਨਹੀਂ ਮੰਗ ਕਰ ਰਿਹਾ, ਜਾਂ ਇਹ ਮਤਲਬ ਹੀ ਨਹੀਂ ਹੈ, ਕੇਵਲ ਆਪਣੇ ਦੀ ਗੱਲ ਨਹੀਂ ਜਨਦਾ, ਕਿ ਆਪਣੇ ਪਰਿਵਾਰ ਦੇ ਲਈ, ਖਾਲਸੇ ਪਰਿਵਾਰ ਦੇ ਲਈ ਸਾਰੀ ਗੱਲ ਜਿਹੜੀ ਹੈ ਉਹ ਮੰਗਦਾ ਹੈ। ਇੱਥੇ ਸਾਨੂੰ ਇੱਕ ਸਮੂਹਕ ਜ਼ਿੰਦਗੀ ਜੀਣ ਦੀ ਗੱਲ ਜਿਹੜੀ ਹੈ ਉਹ ਗੱਲ ਕੀਤੀ ਗਈ ਹੈ। ਉਹ ਸਮਾਂ ਵੀ ਰਿਹਾ ਜਦੋਂ ਘੱਲੂਘਾਰੇ ਹੋਏ, ਜਦੋਂ ਵੱਡੇ ਘੱਲੂਘਾਰੇ ਹੋਏ, ਛੋਟਾ ਘੱਲੂਘਾਰਾ ਹੋਇਆ, ਜੰਗਲਾਂ ਬੇਲਿਆਂ ਵਿੱਚ ਸਿੱਖ ਰਹੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਦੇ ਰਹੇ, ਪਰ ਉਹਨਾਂ ਨੂੰ ਖਾਣ ਲਈ ਰੋਟੀ ਨਾ ਮਿਲਦੀ ਰਹੀ। ਉਹ ਪਰ ਸਿੱਖੀ ਸਿਰ ਤੇ ਉਹ ਭਰਾਤਰੀ ਭਾਵ ਵਿੱਚ ਸਦਾ ਕਾਇਮ ਰਹੇ, ਭਰਾਤਰੀ ਭਾਵ ਵਿੱਚ ਉਹਨਾਂ 'ਚ ਕੋਈ ਕਮੀ ਨਹੀਂ ਸੀ ਆਈ। ਸਿੱਖ ਖੁਦ, ਜਿਹੜੇ ਪੁਰਾਤਨ ਇਤਿਹਾਸ ਪੜ੍ਹਦੇ ਹਾਂ ਤਾਂ ਸਿੱਖ ਖੁਦਗਰਜ਼ ਨਹੀਂ ਸਨ, ਕੇਵਲ ਆਪਣੇ ਸੁੱਖ ਲਈ ਜ਼ਿੰਦਗੀ ਨਹੀਂ ਸਨ ਜਿਉਂਦੇ, ਕੇਵਲ ਆਪਣਾ ਸੁੱਖ ਨਹੀਂ ਸਨ ਮੰਗਦੇ। ਸਰਬੱਤ ਖਾਲਸੇ ਦੇ ਦੁੱਖ ਸੁੱਖ ਵਿੱਚ ਭਾਈਵਾਲ ਹੁੰਦੇ ਸਨ, ਇੱਕ ਦੂਜੇ ਦੇ ਦੁੱਖ ਸੁੱਖ ਨੂੰ ਸਮਝਦੇ ਸਨ। ਉਦੋਂ ਖਾਲਸੇ ਦਾ ਜੀਵਨ ਜਾਇਦਾਦਾਂ ਜਾਂ ਜ਼ਮੀਨਾਂ ਮੰਨਣੀਆਂ ਨਹੀਂ ਸੀ ਰਹਿ ਗਿਆ, ਵੱਡੇ ਵੱਡੇ ਘਰ ਜਾਂ ਵੱਡੇ ਵੱਡੇ ਮਹੱਲ ਬਣਾਉਣੇ ਨਹੀਂ ਸਨ। ਖਾਲਸੇ ਦਾ ਜੀਵਨ ਆਪਣੇ ਨਿੱਜ ਤੋਂ ਉੱਠ ਕੇ ਕੌਮ ਦੀ ਭਲਾਈ ਵਾਲਾ ਜੀਵਨ ਸੀ। ਤੇ ਖਾਲਸੇ ਨੂੰ, ਦੂਜਿਆਂ ਨੂੰ ਪਿਆਰ ਕਰਨਾ, ਧਰਮ ਦੀ ਖਾਤਰ ਜਿੰਦ ਵਾਰਨਾ, ਮੈਂ ਮਰਾਂ ਪੰਥ ਜੀਵੇ ਵਾਲਾ ਜਿਹੜੀ ਭਾਵਨਾ ਸੀ ਅੰਦਰ ਸੀ ਉਸ ਵੇਲੇ, ਵੀ ਮੈਂ ਮਰਾਂ ਪੰਥ ਜੀਵੇ, ਇਹ ਭਾਵਨਾ ਸੀ। ਇਹਦੇ ਵਿੱਚੋਂ ਅਰਦਾਸ ਪੈਦਾ ਹੋਈ ਹੈ, ਮੈਂ ਮਰਾਂ ਪੰਥ ਜੀਵੇ ਵਿੱਚੋਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਜਿਹੜੀ ਫਿਰ ਜੇ ਅਸੀਂ ਅੱਗੇ ਗੱਲ ਨੂੰ ਹੋਰ ਜਾ ਕੇ ਪੜ੍ਹਦੇ ਹਾਂ, ਇਹ ਅਰਦਾਸ ਦੀ ਸ਼ਬਦਾਵਲੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਚਿਆ ਰਹਿਤ ਦੀ ਗੱਲ ਆ ਗਈ। ਅਰਦਾਸ ਦੇ ਭਾਗ ਜਿਹੜੇ ਹਨ ਇਹ ਪੰਥਕ ਇਹ ਕੌਮੀਅਤ ਤੇ ਪੰਥਕ ਏਕੇ ਦੇ ਸੂਚਕ ਹਨ। ਇਹ ਜਿਹੜੀ ਸਾਡੀ ਅਰਦਾਸ ਹੈ ਇਹ ਸਾਡੀ ਕੌਮੀਅਤ ਦਾ ਤੇ ਸਾਡੀ ਏਕੇ ਦੀ ਸੂਚਕ ਹੈ। ਇੱਥੇ ਕਈ ਵਾਰੀ ਗੱਲ ਹੋ ਜਾਂਦੀ ਹੈ, ਅਸੀਂ ਜਾਂ ਆਮ ਗੱਲ ਕਰਦੇ ਹਾਂ ਜੀ ਇਹ ਕਿਵੇਂ ਹੋ ਗਿਆ, ਕਿਸ ਤਰ੍ਹਾਂ ਹੋਏਗਾ। ਮੈਂ ਫਿਰ ਬੇਨਤੀ ਕਰਦੇ ਹਾਂ, ਸਾਡੀ ਏਕਤਾ ਦਾ ਸੋਮਾ ਕੇਵਲ ਇੱਕ ਅਕਾਲ ਉੱਪਰ ਸਾਡਾ ਭਰੋਸਾ ਹੈ, ਇੱਕ ਸ਼ਬਦ ਗੁਰੂ ਤੇ ਸਾਡਾ ਇਹ ਵਿਸ਼ਵਾਸ ਹੈ, ਇੱਕ ਪਵਿੱਤਰ ਮਾਤਾ ਦੀ ਔਲਾਦ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਸਾਨੂੰ ਆਪਣੇ ਭਰਾਵਾਂ ਦੇ ਪਰਿਵਾਰ ਦਾ ਮੈਂਬਰ ਹੋਣ ਦਾ ਗੌਰਵ ਹੈ। ਅਸੀਂ ਇੱਕੋ ਹੀ ਹਾਂ, ਇੱਕ ਹੀ ਦਿਸਦੇ ਹਾਂ। ਸਾਡਾ ਰੂਪ ਇੱਕ ਹੈ, ਸਾਡਾ ਬਾਣਾ ਇੱਕ ਹੈ, ਸਾਡੇ ਦਾੜੇ ਤੇ ਦਸਤਾਰ ਦਾ ਦੀਦਾਰ ਇੱਕ ਹੈ। ਤੋ ਇਹ ਸਾਡੇ ਅੰਦਰ ਭਾਵਨਾ ਪੈਦਾ ਹੋਣੀ ਚਾਹੀਦੀ ਹੈ। ਇਹ ਜਿਹੜੀਆਂ ਭਾਵਨਾ ਪੰਥਕ ਅਰਦਾਸ ਵਿੱਚੋਂ ਜਿਹੜੀਆਂ ਆਈਆਂ ਗਈਆਂ ਹਨ, ਤੋ ਇਸ ਏਕੇ ਦੀ ਭਾਵਨਾ ਨੂੰ ਕਾਇਮ ਰੱਖਣਾ ਤੇ ਜ਼ਿੰਦਗੀ ਵਿੱਚ ਕਮਾ ਕੇ ਦਿਖਾਉਣਾ, ਇਹ ਸਾਡਾ ਧਰਮ ਹੈ, ਜਿਸ ਕਰਕੇ ਅਰਦਾਸ 'ਚ ਮੰਗ ਕੀਤੀ ਗਈ ਹੈ। ਇਹ ਸਾਡੀ ਕੌਮੀ ਹੋਂਦ ਦਾ ਦੀ ਇੱਕ ਬੁਨਿਆਦੀ ਸ਼ਰਤ ਹੈ, ਜਿਹੜੀ ਸਾਡੀ ਕੌਮੀ ਹੋਂਦ ਹੈ। ਇਸ ਅੰਦਰ ਇੱਕ ਕੇਂਦਰ ਨਾਲ ਜੁੜਨਾ ਵੀ ਸ਼ਾਮਲ ਹੈ, ਇੱਕ ਕੇਂਦਰ ਨਾਲ ਜੁੜਨਾ ਵੀ ਸ਼ਾਮਲ ਹੈ। ਕਿਸੇ ਕਿਸਮ ਦੀ ਧੜੇਬੰਦੀ ਦੀ ਨਕਾਰਤਾ ਜਿਹੜੀ ਹੈ, ਉਹ ਸਾਨੂੰ ਅਰਦਾਸ ਸਿਖਾਉਂਦੀ ਹੈ ਕਿ ਧੜੇਬੰਦੀ ਤੋਂ ਉੱਪਰ ਉੱਠ ਕੇ ਅਰਦਾਸ ਕੀਤੀ ਜਾਣੀ ਚਾਹੀਦੀ ਹੈ। ਕਿਉਂ? ਕਿਉਂ ਇਹ ਗੱਲ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਆਸਾ ਰਾਗ ਦੇ ਵਿੱਚ ਵੀ ਇਹ ਗੱਲ ਸਮਝਾਈ ਹੈ ਵੀ ਧੜੇ ਸਿੱਖ ਦੇ ਜਿਹੜੇ ਹਨ, ਇਹ ਨਹੀਂ ਹਨ। ਧੜੇ ਸਿੱਖ ਦੇ ਜਿਹੜੇ ਹਨ, ਉਹ ਗੁਰੂ ਦੇ ਨਾਲ ਹਨ। ਜਦੋਂ ਸਾਂਝਾ ਧੜਾ ਸਾਡਾ ਹੋਏਗਾ, ਫਿਰ ਸਾਡੇ 'ਚ ਏਕਤਾ ਹੋਏਗੀ। ਕਿਸੇ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸੇ ਹੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ, ਕਿਸੇ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਪਰ ਅੱਗੇ ਪਾਤਸ਼ਾਹ ਕਹਿੰਦੇ, ਹਮਾਰਾ ਧੜਾ ਹਰ ਰਿਹਾ ਸਮਾਈ। ਇਹ ਹੈ ਖਾਲਸੇ ਦਾ ਸੰਕਲਪ, ਇਹ ਹੈ ਖਾਲਸੇ ਦਾ ਧੜਾ। ਸਾਡਾ ਧੜਾ ਦੁਨਿਆਵੀ ਧੜਾ ਨਹੀਂ ਹੈ। ਗੱਲ ਵੱਖਰੀ ਹੈ ਕਿ ਅਸੀਂ ਆਪਸ ਵਿੱਚ ਵੰਡੀਆਂ ਪਾ ਲਈਆਂ ਦੁਨਿਆਵੀ ਧੜਿਆਂ ਦੀ ਖਾਤਰ, ਗੁਰੂ ਦੇ ਧੜੇ ਵਿੱਚ ਸ਼ਾਮਲ ਹੀ ਨਾ ਹੋ ਸਕੇ। ਅਸੀਂ ਗੁਰੂ ਨੇ ਐਸੀ ਹਰ ਹਰਕਤ ਦੀ ਨਿਖੇਧੀ ਕੀਤੀ ਹੈ, ਜਾਂ ਗੁਰੂ ਸਾਹਿਬ ਜੀ ਨੇ ਮਨਾ ਕੀਤਾ ਹੈ, ਜਿਹੜਾ ਸਾਡੇ ਇਸ ਇਕੱਠੀ ਜਿਹੜੀ ਧੜੇ ਦੇ ਵਿੱਚ ਵਿਗੜ ਪਾਉਂਦਾ ਹੋਵੇ। ਗੁਰੂ ਜੀ ਨੇ ਉਹ ਗੱਲਾਂ ਪ੍ਰਵਾਨ ਨਹੀਂ ਕੀਤੀਆਂ, ਨਾ ਹੀ ਗੁਰਬਾਣੀ ਨੇ ਕੀਤੀਆਂ, ਨਾ ਹੀ ਸਿੱਖ ਇਤਿਹਾਸ ਨੇ ਗੱਲ ਕੀਤੀਆਂ। ਵਿਤਕਰਿਆਂ ਤੇ ਵਿਖੇਵਿਆਂ ਦਾ ਸਾਡੇ ਅੰਦਰ ਕੋਈ ਗੱਲ ਹੋਣੀ ਨਹੀਂ ਸੀ ਚਾਹੀਦੀ। ਕਿਉਂ? ਏਕ ਪਿਤਾ ਏਕ ਇਸਕੇ ਹਮ ਬਾਰਕ ਦੀ ਗੱਲ ਦੀ ਅਸੀਂ ਪੜ੍ਹ ਚੁੱਕੇ ਹਾਂ। ਖੁੱਲਾ ਐਲਾਨ ਗੁਰੂ ਸਾਹਿਬ ਜੀ ਨੇ ਕੀਤਾ ਸਾਡੇ ਲਈ। ਇਹ ਏਕਾ ਸਾਨੂੰ ਦੂਜੀਆਂ ਕੌਮਾਂ ਤੋਂ ਨਿਆਰਾ ਵੀ ਕਰਦਾ ਹੈ, ਦੂਜੀਆਂ ਕੌਮਾਂ ਤੋਂ ਵੱਖਰਾ ਵੀ ਕਰਦਾ ਹੈ। ਪਰ ਖਿਆਲ ਕਰਨਾ, ਵੱਖਰਾ ਜ਼ਰੂਰ ਕਰਦਾ ਹੈ, ਨਿਆਰਾ ਜ਼ਰੂਰ ਕਰਦਾ, ਪਰ ਉਹਨਾਂ ਦਾ ਵਿਰੋਧੀ ਨਹੀਂ ਬਣਾਉਂਦਾ। ਵਿਰੋਧੀ ਭਾਵਨਾ ਨਹੀਂ ਹੈ ਸਿੱਖ ਦੇ ਵਿੱਚ। ਇਸ ਅਰਦਾਸ ਦੇ ਵਿੱਚ ਜਿਹੜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਵਿਰੋਧੀ ਭਾਵਨਾ ਨਹੀਂ ਹੈ। ਇੱਥੇ ਦਾ ਵਾਹਿਗੁਰੂ ਵਾਹਿਗੁਰੂ ਚਿੱਤ ਆਉਣ ਤੋਂ ਬਾਅਦ ਨਿਆਰਾਪਨ ਦੀ ਕਾਇਮ ਦੀ ਗੱਲ ਹੈ, ਲੇਕਿਨ ਕਿਸੇ ਦੇ ਵਿਰੋਧ ਕਰਨ ਦੀ ਗੱਲ ਨਹੀਂ ਹੈ। ਇਹਦੇ ਵਿੱਚ ਉੱਚੇ ਕੌਮੀ ਚੱਲਣ ਦਾ ਇੱਕ ਮਾਣ ਹੈ, ਗੌਰਵ ਹੈ, ਤੇ ਇੱਕ ਓਂਕਾਰ ਨਾਲ ਜੁੜੇ ਹੋਣ ਦਾ ਪ੍ਰਣ ਹੈ। ਇਸ ਅਰਦਾਸ ਦੀ ਸ਼ਬਦਾਵਲੀ ਦੇ ਵਿੱਚ ਇੱਕ ਓਂਕਾਰ ਨਾਲ ਜੁੜੇ ਹੋਣ ਦਾ ਪ੍ਰਣ ਹੈ। ਤੋ ਇਸ ਏਕੇ ਦੇ ਅਵਨਰ ਦੇ ਨਾਲ ਹੀ, ਉਹਦੇ ਮਹਿਸੂਸ ਕਰਨ ਦੇ ਨਾਲ ਹੀ, ਅਨੁਭਵ ਦੇ ਨਾਲ ਹੀ ਸਰਬੱਤ ਖਾਲਸਾ ਜੀ ਵੱਲੋਂ ਅਰਦਾਸ ਕਰਨੀ ਬਣਦੀ ਹੈ। ਅਰਦਾਸ ਕਰਨ ਲੱਗਿਆਂ ਅਰਦਾਸ ਵਿੱਚ ਜੁੜੇ ਹਰ ਪ੍ਰਾਣੀ ਨੂੰ ਇਸ ਤਰ੍ਹਾਂ ਲੱਗਣਾ ਚਾਹੀਦਾ ਹੈ ਕਿ ਉਹ ਸਾਂਝੀ ਇੱਕ ਆਤਮਿਕ ਗਲਵਕੜੀ ਦੇ ਵਿੱਚ ਗੁਰੂ ਦੇ ਨਾਲ ਬੱਝਾ ਹੋਇਆ ਹੈ। ਇਹ ਗੱਲ ਬੜੀ ਡੂੰਘੀ ਭਾਵਨਾ ਰੱਖਦੀ ਹੈ ਅਰਦਾਸ ਦੇ ਵਿੱਚ, ਕਿ ਹਰ ਬੰਦੇ ਨੂੰ ਇਸ ਤਰ੍ਹਾਂ ਲੱਗਣਾ ਚਾਹੀਦਾ ਹੈ ਕਿ ਗੁਰੂ ਦੀ ਗਲਵਕੜੀ ਵਿੱਚ ਅਸੀਂ ਸਾਰੇ ਖੜੇ ਹਾਂ। ਅਰਦਾਸ ਦੀ ਜਦੋਂ ਅਰਦਾਸ ਵਿੱਚ ਖੜੇ ਹਾਂ, ਕਿ ਗੁਰੂ ਸਾਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਖੜਾ ਹੈ। ਇਹ ਭਾਵਨਾ ਅਰਦਾਸ ਦੇ ਵਿੱਚ ਜਦੋਂ ਆਏਗੀ, ਕਿਵੇਂ ਕਹਾਂਗੇ ਅਸੀਂ ਕਿ ਸਾਡੀ ਸਰਬੱਤ ਦਾ ਭਲਾ ਨਹੀਂ ਮੰਗਦੇ? ਕਿਵੇਂ ਕਹਾਂਗੇ ਅਸੀਂ ਕਿ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ? ਕਿਉਂ ਨਹੀਂ ਹੁੰਦੀ? ਕਿਉਂਕਿ ਸਾਨੂੰ ਅਰਦਾਸ ਕਰਨੀ ਨਹੀਂ ਆਈ, ਸਾਡੇ ਅੰਦਰ ਭਾਵਨਾ ਹੀ ਪੈਦਾ ਨਹੀਂ ਹੋਈਆਂ। ਸਾਡੇ ਨਿੱਜ ਤੋਂ ਉੱਪਰ ਉੱਠ ਕੇ ਅਸੀਂ ਅਰਦਾਸ ਕਰ ਹੀ ਨਹੀਂ ਸਕੇ, ਅਸੀਂ ਗੁਰੂ ਤੇ ਭਰੋਸਾ ਹੀ ਨਹੀਂ ਬਣਾ ਸਕੇ, ਸਰਬੱਤ ਖਾਲਸਾ ਦਾ ਸੰਕਲਪ ਸਾਡੇ ਅੰਦਰ ਪੈਦਾ ਹੀ ਨਹੀਂ ਹੋ ਸਕਿਆ। ਜਦੋਂ ਸਾਨੂੰ ਇਹ ਵਿਸ਼ਵਾਸ ਤੇ ਭਰੋਸਾ ਹੋਵੇਗਾ ਕਿ ਗੁਰੂ ਸਾਨੂੰ ਆਪਣੀ ਗਲਵਕੜੀ ਵਿੱਚ ਲੈ ਆ ਕੇ ਦੇਖ ਰਿਹਾ ਹੈ, ਪਰ ਪਿਆਰ ਕਰ ਰਿਹਾ ਹੈ, ਤਾਂ ਉਹਦੇ ਵਿੱਚੋਂ ਫਿਰ ਸਾਡੀ ਆਪਣੀ ਪੰਥਕ ਏਕਤਾ ਤੇ ਉਹਦੇ ਤੇ ਪਹਿਰਾ ਦੇਣ ਦੀ ਜ਼ਿੰਮੇਵਾਰੀ ਜਿਹੜੀ ਆ, ਉਹਦਾ ਅਹਿਸਾਸ ਜ਼ਰੂਰ ਹੋਵੇਗਾ। ਤੇ ਇਸ ਤੋਂ ਇਹਨੂੰ ਤੋੜਨ ਵਾਲਿਆਂ ਤੋਂ ਬਚਣ ਦੀ ਗੱਲ ਵੀ ਜਿਹੜੀ ਹੈ, ਉਹ ਗੱਲ ਕੀਤੀ ਗਈ ਹੈ। ਤੋ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਸਰਬੱਤ ਖਾਲਸਾ ਜੀ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਇਹ ਕੌਮੀਅਤ ਨੂੰ, ਦੇਸ਼ ਸੰਕਲਪ ਨੂੰ ਬਣਾਈ ਰੱਖਣ ਦਾ ਇੱਕ ਨਿਸ਼ਚਾ ਹੈ। ਇਹ ਕੌਮੀਅਤ ਦਾ ਸੰਕਲਪ ਹੈ ਸਰਬੱਤ ਖਾਲਸਾ ਜਿਹੜੀ ਅਰਦਾਸ ਦੀ ਗੱਲ ਕੀਤੀ ਹੈ। ਤੋ ਸਰਬੱਤ ਖਾਲਸਾ ਜੀ ਵੱਲੋਂ ਕੀਤੀ ਜਾ ਰਹੀ ਹਾਜ਼ਰੀ ਦੀ ਅਰਦਾਸ ਨੇ ਇਹ ਪ੍ਰੇਰਨਾ ਆਪਣੇ ਅੰਦਰ ਹਾਸਲ ਕਰਨੀ ਹੈ ਕਿ ਅਸੀਂ ਜਿਹੜੀ ਅਰਦਾਸ ਕਰਦੇ ਹਾਂ ਉਹਦੇ ਅੰਦਰ ਪ੍ਰੇਰਨਾ ਲੈਣੀ ਹੈ
ਤੇ ਪ੍ਰੇਰਨਾ ਕੀ ਲੈਣੀ ਹੈ? ਉਹ ਹੈ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ। ਉਹ ਹੈ ਅਰਦਾਸ ਦਾ ਇੱਕ ਟੁੱਟ ਰਿਸ਼ਤਾ। ਉਹ ਕੀ ਹੈ? ਉਹਦੀ ਯਾਦ, ਉਹਦਾ ਪਿਆਰ। ਅਰਦਾਸ ਦਾ ਇਹ ਕਹਿ ਲਈਏ ਵੀ ਅਸਲੋਂ ਇਹ ਕਹਿ ਲਈਏ ਵਾਹਿਗੁਰੂ ਦੀ ਯਾਦ ਦੀ ਪਰਪਕਤਾ ਲਈ ਇੱਕ ਤਰਲਾ ਹੈ ਜਿਹੜੀ ਅਰਦਾਸ ਹੈ। ਜਿੱਥੇ ਵਾਹਿਗੁਰੂ 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 ਚਿੱਤ ਆਵੇ ਦੀ ਗੱਲ ਕਰਦੇ ਹਾਂ, ਇਹ ਅਸੀਂ ਅਰਦਾਸ ਤੇ ਵਾਹਿਗੁਰੂ ਦੀ ਯਾਦ ਦੀ ਪਰਪਕਤਾ ਲਈ ਇੱਕ ਤਰਲਾ ਹੈ ਮਾਲਕ ਦੇ ਦਰ ਦੇ ਉੱਤੇ ਅਸੀਂ ਕਰ ਰਹੇ। ਤੋ ਇਸ ਲਈ ਸਰਬੱਤ ਖਾਲਸਾ ਜੀ ਵੱਲੋਂ ਅਰਦਾਸ ਵਿੱਚ ਜੋ ਮੰਗਾਂ ਮੰਗੀਆਂ ਜਾਂਦੀਆਂ ਹਨ, ਨਾਮ ਚਿਤ ਆਵੇ, ਤਾਂ ਉਹਨਾਂ ਵਿੱਚੋਂ ਸਭ ਦੀ ਪਹਿਲੀ ਮੰਗ ਇਹੋ ਹੀ ਹੈ ਕਿ ਨਾਮ ਚਿਤ ਆਵੇ। ਸਭ ਤੋਂ ਪਹਿਲੀ ਮੰਗ ਨਾਮ ਦੀ ਹੈ। ਤੋ ਨਾਮ ਦੀ ਇਸ ਮੰਗ ਨੂੰ ਦਾਨਾ ਸਿਰ ਦਾਨ ਕਹਿ ਕੇ ਅੱਗੇ ਨਾਮਦਾਨ ਦੀ ਗੱਲ ਕੀਤੀ ਗਈ ਹੈ। ਅੱਗੇ ਜਾ ਕੇ ਆਏਗਾ, ਦੁਬਾਰਾ ਦੁਹਰਾਇਆ ਗਿਆ ਇਸੇ ਸੰਕਲਪ ਨੂੰ। ਅੱਗੇ ਜਾ ਕੇ ਅਰਦਾਸੀ ਸ਼ਬਦਾਵਲੀ ਦੇ ਵਿੱਚ ਦਾਨਾ ਸਿਰ ਦਾਨ ਕਹਿ ਕੇ ਇਹਦੀ ਜਾਚਨਾ ਵੀ ਕੀਤੀ ਗਈ। ਤੋ ਇਹਨਾਂ ਵਿੱਚ ਫਿਰ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਨਾਮ ਕਮਾਇਆ, ਉਹਨਾਂ ਦੀ ਅਸੀਂ ਅਰਦਾਸ ਪਹਿਲੇ ਪਹਿਰਿਆਂ 'ਚ ਕਰ ਚੁੱਕੇ ਹਾਂ। ਪੰਜਾਂ ਪਿਆਰਿਆਂ ਤੋਂ ਲੈ ਕੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ, ਜਿਨ੍ਹਾਂ ਨੇ ਨਾਮ ਜਪਿਆ, ਨਾਮ ਕਮਾਇਆ, ਨਾਮ ਵਿੱਚ ਆਪਣੀ ਚਿੱਤ ਜੋੜਿਆ, ਉਹਨਾਂ ਦੀ ਕਮਾਈ ਜਿਹੜੀ ਹੈ, ਉਹਨਾਂ ਦਾ ਧਿਆਨ ਅਸੀਂ ਪਹਿਲਾਂ ਧਰ ਕੇ ਉਹ ਵੀ ਕਰ ਚੁੱਕੇ ਹਾਂ। ਤੋ ਅਰਦਾਸ ਦੇ ਵਿੱਚ ਨਾਮ ਚਿਤ ਆਵੇ ਪੰਕਤੀ ਵਿੱਚ ਕੇਵਲ ਜਾਚਣਾ ਹੀ ਨਹੀਂ, ਉਹਦੀ ਯਾਦ ਦੀ ਇੱਕ ਅਭਿਆਸ ਵੀ ਦੁਹਰਾਇਆ ਗਿਆ ਹੈ। ਇੱਕ ਵਾਰੀ ਨਹੀਂ ਕਿ ਅਸੀਂ ਹਾਂ ਜੀ ਵਾਹਿਗੁਰੂ ਆ ਯਾਦ, ਗੱਲ ਬਾਰ-ਬਾਰ ਪੱਕੀ ਕੀਤੀ ਗਈ ਹੈ ਵੀ ਵਾਹਿਗੁਰੂ 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 ਵਿੱਚ ਇਹਦੀ ਅਭਿਆਸ ਦੀ ਪਰਪਕਤਾ ਹੈ। ਰੋਜ਼ ਅਰਦਾਸ ਦੇ ਵਿੱਚ ਨਾਮ ਲਈ, ਉਹਦੀ ਯਾਦ ਲਈ ਜਾਚਨਾ ਕਰਨੀ ਹੈ, ਅਰਦਾਸ ਕਰਨੀ ਹੈ, ਬੇਨਤੀ ਕਰਨੀ ਹੈ, ਤਰਲਾ ਕਰਨਾ ਹੈ। ਕਿਉਂ ਕਿ ਦੁਨਿਆਵੀ ਖਾਹਿਸ਼ਾਂ, ਦੁਨਿਆਵੀ ਦੌੜਾਂ, ਦੁਨੀਆ ਦੀ ਦੌੜ ਭੱਜ ਵਿੱਚ ਮਨ ਬਾਹਰ ਨੂੰ ਭੱਜਦਾ ਹੈ, ਤੇ ਉਸ ਨੂੰ ਕਾਬੂ ਕਰਨ ਦੇ ਲਈ ਬਾਰ-ਬਾਰ ਇਹ ਗੱਲ ਕਹੀ ਹੈ ਕਿ ਸਰਬੱਤ ਖਾਲਸਾ ਜੀ ਨੂੰ ਨਾਮ ਚਿਤ ਆਵੇ। ਜੇਕਰ ਨਾਮ ਚਿਤ ਆਏ ਦੀ ਸੰਕਲਪ ਗੁਰੂ ਅਰਦਾਸ ਵਿੱਚ ਪੰਥ ਨੇ ਐਸਾ ਲਿਖਿਆ ਹੈ, ਤਾਂ 3 ਵਾਰੀ ਅਰਦਾਸ ਵਿੱਚ ਵਾਹਿਗੁਰੂ ਵਾਸਤੇ ਇਹਦਾ ਅਰਦਾਸ ਦਾ ਇਹ ਗੱਲ ਦੁਹਰਾਈ, ਇਹ ਤਾਂ ਦੁਹਰਾਈ ਗਈ 3 ਵਾਰੀ ਵਾਹਿਗੁਰੂ ਵਾਹਿਗੁਰੂ, ਉਹਦੀ ਯਾਦ ਨੂੰ ਪੱਕਾ ਕਰਨ ਦੀ ਗੱਲ ਕੀਤੀ ਗਈ। ਇਹ ਇੱਕ ਵਾਰੀ ਨਾਲ ਵੀ ਗੁਜ਼ਾਰਾ ਹੋ ਸਕਦਾ ਸੀ, ਪਰ ਨਹੀਂ। ਜਦੋਂ ਅਸੀਂ ਬਾਰ-ਬਾਰ ਕਿਸੇ ਚੀਜ਼ ਨੂੰ ਚਿੰਤਨ ਕਰਦੇ ਹਾਂ, ਜਦੋਂ ਬਾਰ ਸਾਡੇ ਜੀਵਨ ਦੇ ਵਿੱਚ ਉਸ ਗੱਲ ਨੂੰ ਦੁਹਰਾਉਂਦੇ ਹਾਂ, ਉਹ ਸਾਡੇ ਵੀ ਯਾਦ ਦਾ ਇੱਕ ਹਿੱਸਾ ਬਣ ਜਾਂਦੀ ਹੈ। ਜਦੋਂ ਇਹ ਗੱਲ ਬਾਰ-ਬਾਰ 3 ਵਾਰੀ ਗੱਲ ਕਰਕੇ ਲਿਖਿਆ ਗਿਆ, ਸਾਨੂੰ ਦ੍ਰਿੜ ਹੋ ਜਾਏ ਕਿ ਅਸੀਂ ਵਾਹਿਗੁਰੂ ਦੀ ਯਾਦ ਨੂੰ, ਵਾਹਿਗੁਰੂ ਦੇ ਨਾਮ ਨੂੰ ਆਪਣੇ ਅੰਦਰ ਦ੍ਰਿੜ ਕਰਨਾ ਹੈ, ਪੱਕਾ ਕਰਨਾ ਹੈ, ਉਹਦੀ ਹੁਕਮ ਅਨੁਸਾਰੀ ਹੋ ਕੇ ਜ਼ਿੰਦਗੀ ਜਿਉਣੀ ਹੈ। ਤੇ ਤਾਂ 3 ਵਾਰੀ ਸ਼ਬਦਾਵਲੀ ਜਿਹੜੀ ਹੈ ਇਹ ਲਿਖੀ ਗਈ, 3 ਵਾਰੀ ਸ਼ਬਦ ਲਿਖਿਆ ਗਿਆ। ਤੇ ਇੱਥੇ ਜਿਹੜੀ ਗੱਲ ਕੀਤੀ ਗਈ ਅਰਦਾਸ ਦੇ ਵਿੱਚ ਵਾਹਿਗੁਰੂ 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 ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਰਛਿਆ ਰਹਿਤ ਦੀ ਗੱਲ ਜਿਹੜੀ ਹੈ ਉਹ ਵੀ ਕੀਤੀ ਗਈ ਹੈ। ਤੋ ਰਛਿਆ ਰਹਿਤ ਦਾ ਭਾਵ ਜਿਹੜਾ ਹੈ ਉਹ ਵੀ ਸਮਝਣ ਵਾਲਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਰਛਿਆ ਰਹਿਤ ਦੀ ਗੱਲ ਕਰੀਏ, ਉਹ ਬੜੀ ਡੂੰਘੇ ਭਾਵ ਰੱਖਦੀ ਹੈ ਰਛਿਆ ਰਹਿਤ ਦੀ। ਖਾਲਸਾ ਜੀ ਸਾਹਿਬ ਜਿੱਥੇ ਸ਼ਬਦ ਆ ਜਾਂਦਾ ਹੈ, ਇਹਦਾ ਵੀ ਡੂੰਘਾ ਭਾਵ ਹੈ। ਆਪਸੀ ਪਿਆਰ ਦੀ, ਆਪਸੀ ਸਤਿਕਾਰ ਦੀ ਇੱਕ ਚਰਨ ਸੀਮਾ ਹੈ, ਜਿੱਥੇ ਇਹ ਖਾਲਸਾ ਜੀ ਸਾਹਿਬ ਲਫ਼ਜ਼ ਕਰਕੇ ਵਰਤਿਆ ਜਾਂਦਾ ਹੈ। ਸਮੁੱਚੇ ਪੰਥ ਨੂੰ, ਸਮੁੱਚੇ ਪੰਥ ਦੇ ਹਰ ਇੱਕ ਮੈਂਬਰ ਨੂੰ ਸਤਿਕਾਰ ਨਾਲ ਖਾਲਸਾ ਜੀ ਸਾਹਿਬ ਕਿਹਾ ਜਾਂਦਾ ਹੈ। ਖਾਲਸਾ ਜੀ ਸਾਹਿਬ ਇਹ ਸਤਿਕਾਰ ਹੈ ਜਿਹੜਾ ਪੰਥ ਵੱਲੋਂ ਮਿਲਿਆ ਹੈ। ਖਾਲਸੇ ਵਿੱਚ ਸਤਿਗੁਰੂ ਦੇ ਦੀਦਾਰ ਦੀ ਗੱਲ ਕੀਤੀ ਗਈ ਹੈ। ਜਦੋਂ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦੀ ਗੱਲ ਕੀਤੀ ਹੈ, ਇੱਥੇ ਦੀਦਾਰ ਖਾਲਸੇ ਦੀ ਗੱਲ ਕੀਤੀ ਗਈ ਹੈ। ਨਾਲੇ ਅਸੀਂ ਦੇਖਦੇ ਹਾਂ ਵੀ ਇਹ ਦੀਦਾਰ ਖਾਲਸੇ ਵਿੱਚੋਂ ਤਾਂ ਸਾਨੂੰ ਉਸ ਗੁਰੂ ਦੀ ਯਾਦ ਤੇ ਗੁਰੂ ਦੇ ਦੀਦਾਰ ਦੀ ਗੱਲ ਹੁੰਦੀ ਹੈ। ਜਦੋਂ ਅਸੀਂ ਖਾਲਸੇ ਦੇ ਦੀਦਾਰ ਦੀ ਗੱਲ ਕਰਦੇ ਹਾਂ, ਜਿਸ ਗੁਰੂ ਨੇ ਸਾਨੂੰ ਆਪਣੇ ਜੀਵਨ ਦੀ ਘਾਟ ਕੱਢ ਕੇ, ਜੀਵਨ ਅਰਪਣ ਕਰਕੇ ਸਾਨੂੰ ਇਹ ਸਰੂਪ ਬਖਸ਼ਿਸ਼ ਕੀਤਾ ਸੀ, ਅਸੀਂ ਉਹਦੀ ਗੱਲ ਨੂੰ ਯਾਦ ਕਰਦੇ ਹਾਂ। ਇਹਦੇ ਲਈ ਅਸੀਂ ਕਹਿ ਸਕਦੇ ਹਾਂ, ਜਦੋਂ ਖਾਲਸਾ ਜੀ ਸਾਹਿਬ ਦਾ ਜਿਹੜਾ ਸੰਕਲਪ ਆਉਂਦਾ ਹੈ, ਇਹ ਸਤਿਗੁਰ ਦੇ ਦੀਦਾਰ ਦੇ, ਇਹ ਖਾਲਸੇ ਵਿੱਚੋਂ ਸਤਿਗੁਰ ਦੇ ਦੀਦਾਰ ਦੀ ਗੱਲ ਵੀ ਜਿਹੜੀ ਹੈ ਇਹ ਹੁੰਦੀ ਹੈ। ਤੋ ਗੁਰੂ ਦੀ ਆਤਮਿਕ ਸੰਤਾਨ ਦੇ ਹੋਣ ਨਾਤੇ ਸਿੱਖ ਆਪੋ ਵਿੱਚ ਇਹ ਰਿਸ਼ਤੇ ਨੂੰ ਇਸ ਤਰ੍ਹਾਂ ਸਮਝਦੇ ਹਨ ਕਿ ਜਿਵੇਂ ਸਾਡਾ ਰਿਸ਼ਤਾ ਮਾਂ ਪਿਓ ਨਾਲੋਂ ਵੀ ਵੱਧ ਕੇ ਹੁੰਦਾ ਹੈ। ਇਹ ਕਹਿ ਲਈਏ ਕਿ ਸਭ ਦਾ ਦਿਲ ਇੱਕ ਦੂਜੇ ਲਈ ਧੜਕਦਾ, ਹਰੇਕ ਦਾ ਉਦਮ ਸਮੁੱਚੇ ਪੰਥ ਦੇ ਕਲਿਆਣ ਲਈ ਉਦਮ ਹੁੰਦਾ ਹੈ। ਇਹ ਠੀਕ ਹੈ ਕਿ ਅਸੀਂ ਅੱਜ ਇੱਥੇ ਤੱਕ
ਨਹੀਂ ਪਹੁੰਚੇ, ਕਮਜ਼ੋਰੀਆਂ ਸਾਡੀਆਂ ਹਨ। ਸ਼ਬਦਾਵਲੀ ਦੇ ਵਿੱਚ ਤਾਂ ਬੜਾ ਨਿੱਘ ਬਖਸ਼ਿਆ ਗਿਆ ਹੈ। ਜਿਹੜੀ ਅਰਦਾਸ ਦੀ ਸ਼ਬਦਾਵਲੀ ਹੈ, ਇਹਦੇ ਵਿੱਚ ਤਾਂ ਬੜਾ ਨਿੱਘ ਬਖਸ਼ਿਆ ਹੈ। ਗੁਰੂ ਪਾਤਸ਼ਾਹ ਜੀ, ਗੁਰੂ ਪੰਥ ਨੇ ਜਿਹੜੀ ਅਰਦਾਸ ਸਾਨੂੰ ਬਣਾ ਕੇ ਦਿੱਤੀ, ਉਹ ਵੀ ਬੜੇ ਸੋਚ ਸਮਝ ਕੇ ਸ਼ਬਦਾਵਲੀ ਜਿਹੜੀ ਹੈ ਇਹ ਵਰਤੀ ਗਈ ਹੈ। ਤੋ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ, ਇਹ ਜਹਾਂ ਜਹਾਂ ਜਿਹੜਾ ਲਫ਼ਜ਼ ਹੈ, ਇਹ ਬੜਾ ਹੀ ਇਹਦਾ ਅਧਿਕਾਰ ਖੇਤਰ ਲੰਬਾ ਹੈ। ਇਹ ਜਹਾਂ ਜਹਾਂ ਦਾ ਅਰਥ ਦਾ ਅਧਿਕਾਰ ਖੇਤਰ ਸਮੁੱਚਾ ਸੰਸਾਰ ਹੈ। ਜਿੱਥੇ ਜਹਾਂ ਦਾ ਮਤਲਬ ਕਿਤੇ ਵੀ ਹੋ ਸਕਦਾ ਹੈ। ਜਹਾਂ ਦਾ ਮਤਲਬ ਕਿ ਇੱਥੇ ਤਾਂ ਹੈ ਨਹੀਂ ਵੀ ਉਹ USA ਦੇ ਵਿੱਚ ਹੈ, ਜਾਂ ਇੰਡੀਆ ਨਹੀਂ ਹੈ, ਜਾਂ ਆਸਟ੍ਰੇਲੀਆ ਨਹੀਂ ਹੈ, ਜਾਂ ਹੋਰ ਕੰਟਰੀ 'ਚ ਨਹੀਂ ਹੈ। ਜਹਾਂ ਜਹਾਂ ਦਾ ਮਤਲਬ ਸਮੁੱਚਾ ਵਿਸ਼ਵ, ਸਮੁੱਚਾ ਸੰਸਾਰ। ਇਹਦਾ ਮਤਲਬ ਖਾਲਸੇ ਦਾ ਖੇਤਰ ਬੜਾ ਵਿਸ਼ਾਲ ਹੈ। ਇਹਨਾਂ ਬੋਲਾਂ ਨਾਲ ਹਰ ਸਿੱਖ ਦਾ ਉਹਨਾਂ ਸਰਬੱਤ ਸਿੰਘਾਂ ਨਾਲ ਆਤਮਿਕ ਸੰਬੰਧ ਜੁੜਦਾ ਹੈ, ਜੋ ਸੰਸਾਰ ਦੇ ਕਿਸੇ ਵੀ ਥਾਂ ਦੇ ਉੱਤੇ ਬੈਠੇ ਹੋਏ ਹਨ ਜਾਂ ਵਸੇ ਹੋਏ ਹਨ। ਇਹ ਜਿਹੜੇ ਇਹ ਸ਼ਬਦ ਹਨ ਨਾ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਇਹਨਾਂ ਵਿੱਚ ਬੜੀ ਪਿਆਰ ਹੈ, ਬੜਾ ਨਿੱਘ ਹੈ, ਬੜੀ ਦੂਰ ਦ੍ਰਿਸ਼ਟੀ ਹੈ। ਇੱਕ ਇਹ ਨਹੀਂ ਵੀ ਮੇਰੇ ਕੋਲ ਬੈਠੇ ਤੇ ਉਹਨਾਂ ਦਾ ਹੀ ਮੇਰਾ ਭਾਈਚਾਰਾ ਹੈ। ਦੁਨੀਆ ਵਿੱਚ ਜਿੱਥੇ ਵੀ ਸਿੱਖ ਬੈਠਾ ਹੋਇਆ ਹੈ, ਸੰਸਾਰ ਵਿੱਚ ਜਿੱਥੇ ਵੀ ਸਿੱਖ ਵਸਦਾ ਹੈ, ਉਹਨਾਂ ਦੇ ਨਾਲ ਆਤਮਿਕ ਸੰਬੰਧ ਜਿਹੜਾ ਹੈ ਅਰਦਾਸ ਰਾਹੀਂ ਅਸੀਂ ਜੋੜਦੇ ਹਾਂ। ਇਹ ਨਹੀਂ ਵੀ ਅਸੀਂ ਕੁਝ ਹਿੱਸੇ ਦੇ ਵਿੱਚ ਵਸਦੇ ਹੀ ਰਹਿ ਗਏ ਹਾਂ। ਹਰੇਕ ਥਾਂ ਤੇ ਵਸਦੇ ਸਿੱਖ ਨੂੰ ਅਸੀਂ ਆਪਣੇ ਟੱਬਰ ਦੇ ਜੀਆਂ ਵਾਂਗੂ ਜਾਣਨਾ ਹੈ, ਤੇ ਉਹਨਾਂ ਵਾਸਤੇ ਵਾਹਿਗੁਰੂ ਦੇ ਅੰਗ ਸੰਗ ਰਹਿਣ ਦੇ ਲਈ, ਸਹਾਇਤਾ ਲਈ ਅਸੀਂ ਅਰਦਾਸ ਕਰਨੀ ਹੈ। ਉਹਨਾਂ ਲਈ ਵੀ ਅਸੀਂ ਅਰਦਾਸ ਕਰਦੇ ਹਾਂ। ਕੇਵਲ ਸਾਡੀ ਅਰਦਾਸ ਲਿਮਟਿਡ ਨਹੀਂ ਹੈ, ਛੋਟੀ ਜੀ ਨਹੀਂ ਹੈ, ਇੱਕ ਕੁਝੇ ਇੰਨੀ ਕੁੱਜੀ 'ਚ ਬੰਦ ਨਹੀਂ ਵੀ ਅਸੀਂ ਆਪਣੀ ਕੁੱਜੀ 'ਚ ਬੰਦ ਕਰ ਲਿਆ। ਅਸੀਂ ਸਾਰੇ ਵਿਸ਼ਵ ਵਿੱਚ ਵਸਦੇ ਹੋਏ ਸਿੱਖਾਂ ਦੇ ਨਾਲ, ਜਿਹੜੇ ਵੀ ਦੇਸ਼ ਪ੍ਰਦੇਸ਼ ਜਿੱਥੇ ਵੀ ਹਨ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਹਿਤ ਦੀ ਮੰਗ ਅਸੀਂ ਕਰਦੇ ਹਾਂ। ਤੋ ਇਹ ਗੱਲ ਕਹੀ ਜਾਂਦੀ ਹੈ ਵੀ ਇਹਨਾਂ ਪੰਕਤੀਆਂ ਦਾ ਜਨਮ ਜਿਹੜਾ ਹੋਇਆ ਉਹ ਘੱਲੂਘਾਰਿਆਂ ਦੇ ਸਮੇਂ ਵਿੱਚ ਹੋਇਆ, ਜਦੋਂ ਲਗਾਤਾਰ 50 ਸਾਲ ਕੇਸਾਂ, ਦਾੜੀ ਕੇਸਾਂ ਵਾਲਿਆਂ ਦਾ ਸ਼ਿਕਾਰ ਹੁੰਦਾ ਰਿਹਾ, ਤੇ ਉਹ ਵੀ ਜੰਗਲੀ ਜਾਨਵਰਾਂ ਵਾਂਗੂ ਇਹਨਾਂ ਦਾ ਵਿਹਾਰ ਕਰਦੇ ਰਹੇ। ਜਿੱਥੇ ਵੀ ਕੇਸਾਂ ਵਾਲਾ, ਦਸਤਾਰ ਵਾਲਾ ਮਿਲ ਜਾਂਦਾ, ਉਹਨੂੰ ਕਤਲ ਕਰ ਦਿੱਤਾ ਜਾਂਦਾ, ਉਹਨਾਂ ਦੇ ਇਨਾਮ ਰੱਖ ਦਿੱਤੇ ਗਏ। ਜੇ ਕੋਈ ਸਿੱਖ ਬਚੇ ਰਹੇ ਤਾਂ ਉਹ ਜੰਗਲਾਂ ਮਾਰੂਥਲਾਂ ਵਿੱਚ ਚਲੇ ਗਏ। ਇਹ ਮੀਰ ਮਨੂ ਦੀ ਜਿਹੜੀ ਜ਼ੁਲਮ ਦੀਆਂ ਗੱਲਾਂ, ਕਹਾਣੀਆਂ ਆਉਂਦੀਆਂ ਨੇ, ਸਿੱਖਾਂ ਦੇ ਬੀਬੀਆਂ ਉੱਤੇ ਢਾਏ ਹੋਏ ਜਿਹੜੇ ਜ਼ੁਲਮ ਨੇ, ਉਹਨਾਂ ਦੀ ਮਿਸਾਲ ਅੱਜ ਤੱਕ ਨਹੀਂ ਮਿਲਦੀ। ਕੈਦ ਕਰਕੇ ਸਵਾ ਸਵਾ ਮਨ ਦੇ ਪਿਛਲੇ ਪੁੱਛਣ ਦੀ ਸੌਣ ਦੀ ਗੱਲ ਅਸੀਂ ਕਰਦੇ ਹਾਂ। ਇੱਥੇ ਬਸ ਨਹੀਂ, ਉਹ ਹਾਲਾਤ ਜਿਹੜੇ ਇਹੋ ਜਿਹੇ ਸਨ, ਤਾਂ ਉਦੋਂ ਸਿੱਖ ਅਰਦਾਸ ਕਰਦੇ ਸੀ ਵੀ ਸੱਚੇ ਪਾਤਸ਼ਾਹ ਜੀ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਹਿ। ਜਿੱਥੇ ਵੀ ਹੋਵੇ ਗੁਰੂ ਕਾ ਸਿੱਖ ਵਸਿਆ ਹੋਵੇ, ਉਹਦੇ ਉੱਤੇ ਤੇ ਤੂੰ ਆਪ ਰਹਿਮਤ ਕਰਨੀ ਹੈ। ਇਹਦੇ ਵਿੱਚੋਂ ਇੱਕ ਹੋਰ ਗੱਲ ਵੀ ਜਿਹੜੀ ਸਮਝ ਆਉਂਦੀ ਹੈ, ਉਹ ਵੀ ਬੜੀ ਕਮਾਲ ਦੀ ਹੈ ਕਿ ਇਹਦੇ ਭਰੋਸਾ ਕਿੰਨਾ ਆਪਣੇ ਗੁਰੂ ਦੇ ਉੱਤੇ ਹੈ। ਵਾਹਿਗੁਰੂ ਦੀ ਹਾਜ਼ਰ ਨਾਜ਼ਿਕਤਾ ਦਾ ਵਿਸ਼ਵਾਸ ਕਿੰਨਾ ਝਲਕਦਾ ਸੀ ਇਸ ਅਰਦਾਸ ਦੇ ਵਿੱਚੋਂ। ਜਿਹੜੇ ਇਹ ਸ਼ਬਦਾਵਲੀ ਹੈ, ਸਤਿਗੁਰਾਂ ਦੇ ਅੰਗ ਸੰਗਤਾਂ ਦਾ ਕਿੰਨਾ, ਅੰਗ ਸੰਗ ਹੋਣ ਦਾ ਕਿੰਨਾ ਵਿਸ਼ਵਾਸ ਉਸ ਵੇਲੇ ਸਿੱਖਾਂ ਦੇ ਅੰਦਰ ਸੀ ਵੀ ਹਰ ਪੰਥਕ ਔਕੜ ਸਮੇਂ ਰੱਛਿਆ ਰਹਿਤ ਦਾ ਸੰਕੇਤ ਖਾਲਸਾ ਜੀ ਨੂੰ ਇਸ ਅਰਦਾਸ ਵਿੱਚੋਂ ਮਿਲਦਾ ਰਿਹਾ, ਔਰ ਇਹਨਾਂ ਸ਼ਬਦਾਂ ਵਿੱਚੋਂ ਧੀਰਜ ਜਿਹੜਾ ਸੀ ਆ ਜਾਂਦਾ ਸੀ। ਜਦੋਂ ਵੀ ਜਦੋਂ ਜਹਿਦ ਕੋਈ ਸ਼ੁਰੂ ਹੁੰਦੀ, ਜਦੋਂ ਵੀ ਕੋਈ ਗੱਲਬਾਤ ਸ਼ੁਰੂ ਹੁੰਦੀ, ਸਿੱਖ ਗੁਰੂ ਅੱਗੇ ਅਰਦਾਸ ਕਰਦਾ, ਪਰਮੇਸ਼ਰ ਅੱਗੇ ਅਰਦਾਸ ਕਰਦਾ। ਇਹ ਰੱਛਿਆ ਰਹਿਤ ਦੀ ਪ੍ਰਾਪਤੀ ਦਾ ਜਿਹੜਾ ਸਾਧਨ ਹੈ। ਇਹ ਪੰਕਤੀ ਖਾਲਸਾ ਪੰਥ ਦੀ ਨਵੇਕਲੀ ਕੌਮੀਅਤ ਦਾ ਇੱਕ ਰਾਜ ਹੈ। ਇਹ ਜਿਹੜੀ ਪੰਕਤੀ ਹੈ, ਖਾਲਸਾ ਪੰਥ ਕੋਈ ਦੇਸ਼ ਜਾਂ ਸੀਮਾ ਦੇ ਵਿੱਚ ਨਹੀਂ, ਇਹ ਕਿਸੇ ਹੱਦਬੰਦੇ ਅੰਦਰ ਨਹੀਂ, ਸਾਰਾ ਸੰਸਾਰ ਉਹਦਾ ਦੇਸ਼ ਹੈ। ਉਸ ਦੇ ਆਦਰਸ਼ ਦੇਸ਼ ਭਗਤੀ ਨਹੀਂ, ਖਾਲਸੇ ਦਾ ਆਦਰਸ਼ ਕੇਵਲ ਦੇਸ਼ ਭਗਤੀ ਨਹੀਂ, ਦੇਸ਼ ਭਗਤੀ ਤੋਂ ਉੱਠ ਕੇ ਵਡੇਰਾ ਤੇ ਸਰਵ ਵਿਆਪੀ ਸਰਵ ਸੰਸਾਰ ਦੇ ਇਹ ਦੇਸ਼ ਸੰਸਾਰ ਦੀ ਭਗਤੀ ਦਾ ਜਿਹੜਾ ਸੰਕਲਪ ਹੈ, ਉਹ ਇਸ ਅਰਦਾਸ ਦੀਆਂ ਇਹਨਾਂ ਪੰਕਤੀਆਂ ਦੇ ਵਿੱਚ ਹੈ, ਜਿਹੜਾ ਸਾਨੂੰ ਪੰਥ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਹੈ। ਤੋ ਇੱਥੇ ਜਿਹੜੀ ਗੱਲ ਕੀਤੀ, ਅਸੀਂ ਇਹਦੀ ਸਮਾਪਤੀ ਕਰੀਏ ਵੀ ਗੁਰੂ ਪਾਤਸ਼ਾਹ ਜੀ ਨੇ ਖਾਲਸਾ ਜੋ ਵਾਹਿਗੁਰੂ ਦਾ ਖਾਸ ਆਪਣਾ ਹੈ, ਐਸੀ ਸਦੀਵ ਕਾਲੀ ਸ਼ਕਤੀ ਰੱਛਿਆ ਦਾ ਪਾਤਰ ਬਣਿਆ ਰਹੇ। ਇਸੇ ਖਾਤਰ ਹਰ ਸਿੱਖ ਦੀ ਸਦਾ ਅਰਜ਼ੋਈ ਕਰਦਾ, ਅਰਦਾਸ ਕਰਦਾ ਹੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਹਿ। ਗੁਰੂ ਕਿਰਪਾ ਕਰੇ ਇਹ ਸੰਕਲਪ ਸਾਡੇ ਅੰਦਰ ਵੀ ਬਣੇ, ਇਹ ਭਰਾਤਰੀ ਭਾਵ ਸਾਡੇ ਅੰਦਰ ਵੀ ਬਣੇ। ਅਸੀਂ ਵੀ ਇੰਨੇ ਵਿਸ਼ਾਲ ਹਿਰਦੇ ਨਾਲ ਕਦੀ ਅਰਦਾਸ ਕਰਕੇ ਦੇਖੀਏ, ਜਿੱਥੇ ਆਪਣਾ ਭਲਾ ਨਾ ਲੋਚੀਏ, ਆਪਣੇ ਭਲੇ ਤੋਂ ਉੱਪਰ ਉੱਠ ਕੇ ਸਰਬੱਤ ਦੀ ਗੱਲ ਕਰਦੇ ਹੋਏ
ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸੀ। ਉਹ ਸ਼ਬਦਾਵਲੀ ਸਾਡੇ ਅੰਦਰ ਪੂਰੇ ਸੰਸਾਰ ਵਿੱਚ ਵਸਦੇ ਹੋਏ ਸਿੱਖਾਂ ਪ੍ਰਤੀ ਪਿਆਰ ਤੇ ਭਾਵਨਾ ਦਾ ਸਾਡਾ ਸਿਰ ਝੁਕ ਜਾਏ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਤਿ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।